कबीर केशो केशो कूकीऐ, ना सोईऐ असार। रात दिवस के कूकने, कबहू के सुनै पुकार। केसो नहीं पढ़ना, इसमें केशो थले सस्से दे पैर थले बिंदी लगा के केशो केशो कूकीऐ। केशव का मतलब केशव यानी प्रभु अकाल पुरख जो रमया होया है, असमुचता जो दिसता जगत जिसका रूप है। कूकीए का मतलब कूकना चाहिए, ਉਹਦੇ ਗੁਣਾਂ ਦੇ ਸਾਨੂੰ ਧਾਰਨੀ ਹੋਣਾ ਚਾਹੀਦਾ ਹੈ, ਉਹਦੀ ਰਜ਼ਾ ਵਿੱਚ ਰਾਜੀ ਰਹਿਣਾ ਚਾਹੀਦਾ ਹੈ। ਨਾ ਸੋਈਏ ਅਸਾਰ, ਅਸਾਰ ਦਾ ਮਤਲਬ ਹੈ ਗਾਫਲ ਨਹੀਂ ਰਹਿਣਾ ਚਾਹੀਦਾ। ਇੱਥੇ ਸੋਈਏ ਦਾ ਮਤਲਬ ਸੌਣਾ, ਅਸਾਰ ਦਾ ਮਤਲਬ ਗਾਫਲ, ਯਾਨੀ ਸਾਨੂੰ ਗਾਫਲ ਨਹੀਂ ਰਹਿਣਾ ਚਾਹੀਦਾ। ਬੇਪਰਵਾਹੀ ਦੇ ਨਾਲ ਸਾਨੂੰ ਵਿਕਾਰਾਂ ਦੇ ਅੰਦਰ ਖਚਤ ਨਹੀਂ ਰਹਿਣਾ ਚਾਹੀਦਾ। ਕੇਸ਼ੋ ਕੇਸ਼ੋ ਕੂਕੀਏ ਦਾ ਮਤਲਬ ਸਾਨੂੰ ਰੱਬੀ ਗੁਣ ਗਾਉਣੇ ਚਾਹੀਦੇ ਨੇ। ਤੇ ਗੁਣ ਗਾਣ ਦਾ ਮਤਲਬ ਜਦੋਂ ਵੀ ਅਸੀਂ ਗੁਣ ਗਾਣ ਦੀ ਜਾਂ ਸਿਫਤ ਸਲਾਹ ਦੀ ਗੱਲ ਕਰਦੇ ਹਾਂ, ਉਹਦਾ ਮਤਲਬ ਹੁੰਦਾ ਹੈ ਗੁਣਾਂ ਦੇ ਧਾਰਨੀ ਹੋਣਾ, ਮਨ ਕਰਕੇ, ਬਚਨ ਕਰਕੇ ਔਰ ਕਰਮ ਕਰਕੇ। ਸਾਡੀ ਮੈਂਟੈਲਿਟੀ, ਮਾਨਸਿਕਤਾ ਦੇ ਵਿੱਚ ਵੀ ਰੱਬੀ ਗੁਣ ਹੋਣ, ਸਾਡੀ ਬੋਲ ਬਾਣੀ ਵਿੱਚ ਵੀ ਰੱਬੀ ਗੁਣ ਹੋਣ ਔਰ ਸਾਡੇ ਵਿਹਾਰ ਦੇ ਵਿੱਚ ਵੀ ਗੁਣ ਹੋਣ। ਸਾਨੂੰ ਰੱਬੀ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ, ਗਾਫਲ ਨਹੀਂ ਹੋਣਾ ਚਾਹੀਦਾ, ਬੇਪਰਵਾਹ ਹੋ ਕੇ ਔਗਣਾਂ ਦੇ ਅੰਦਰ ਸਾਨੂੰ ਖਚਤ ਨਹੀਂ ਹੋਣਾ ਚਾਹੀਦਾ। ਰਾਤ ਦਿਵਸ ਕੇ ਕੂਕਨੇ, ਕਬਹੂ ਕੇ ਸੁਨੇ ਪੁਕਾਰ। ਰਾਤ ਦਿਵਸ ਦਾ ਮਤਲਬ ਦਿਨ ਰਾਤ, ਯਾਨੀ ਹਰ ਵਕਤ, ਹਰ ਸਮੇਂ। ਕੂਕਨੇ ਦਾ ਮਤਲਬ ਰੱਬੀ ਗੁਣਾਂ ਦੀ ਗੱਲ ਕੀਤਿਆਂ, ਰੱਬੀ ਰਜ਼ਾ ਦੇ ਵਿੱਚ ਤੁਰਿਆਂ। ਕਬਹੂ ਕੇ ਸੁਨੇ ਪੁਕਾਰ ਦਾ ਮਤਲਬ ਕਦੇ ਉਹ ਸਾਡੀ ਪੁਕਾਰ ਸੁਣੇਗਾ, ਯਾਨੀ ਸਾਡੀ ਪੁਕਾਰ ਸੁਣੀ ਜਾਏਗੀ। ਮੀਨਸ ਇਹਦਾ ਜੋ ਭਾਵ ਹੋਏਗਾ, ਉਹਦਾ ਮਤਲਬ ਕਿ ਸਾਨੂੰ ਉਸ ਚੀਜ਼ ਵਿੱਚ ਸਫਲਤਾ ਮਿਲੇਗੀ। ਜੋ ਅਸੀਂ ਰੱਬੀ ਗੁਣਾਂ ਦੀ ਧਾਰਨੀ ਹੋ ਰਹੇ ਹਾਂ, ਰੱਬੀ ਗੁਣਾਂ ਦੀ ਗੱਲ ਕਰ ਰਹੇ ਹਾਂ, ਰੱਬੀ ਰਜ਼ਾ ਦੇ ਵਿੱਚ ਤੁਰ ਰਹੇ ਹਾਂ, ਜਦੋਂ ਅਸੀਂ ਦਿਨ ਰਾਤ ਐਸੀ ਜ਼ਿੰਦਗੀ ਜੀਵਾਂਗੇ, ਕਬਹੂ ਕੇ ਸੁਨੇ ਪੁਕਾਰ ਦਾ ਮਤਲਬ ਸਾਨੂੰ ਸਫਲਤਾ ਮਿਲੇਗੀ, ਸ਼ੋਰ, ਪੱਕੇ ਤੌਰ ਤੇ ਸਫਲਤਾ ਮਿਲੇਗੀ। ਆਤਮਿਕ ਜੀਵਨ ਵਿੱਚ ਸਫਲ ਹੋਵਾਂਗੇ ਔਰ ਇਹ ਪੋਸੀਬਿਲਿਟੀ ਹਰ ਇਨਸਾਨ ਦੇ ਅੰਦਰ ਹੈ ਔਰ ਹਕੀਕਤ ਹੈ। ਤੁਸੀਂ ਚੌਗਿਰਦੇ ਵੇਖ ਲਓ, ਆਪਣੇ ਨਿੱਜੀ ਤਜਰਬੇ ਤੋਂ ਵੇਖ ਲਓ, ਆਪ ਸੋਚ ਕੇ ਦਾ ਫੈਸਲਾ ਕਰਨ ਦੀ ਟਰਾਈ ਕਰੋ ਕਿ ਜੇ ਕੋਈ ਬੰਦਾ ਹਰ ਵੇਲੇ ਸ਼ੁਭ ਗੁਣਾਂ ਦੀ ਗੱਲ ਕਰਦਾ ਹੈ, ਸ਼ੁਭ ਗੁਣਾਂ ਬਾਰੇ ਬੋਲਦਾ ਹੈ, ਸ਼ੁਭ ਗੁਣਾਂ ਵਾਲੀ ਜ਼ਿੰਦਗੀ ਜੀਂਦਾ ਹੈ ਔਰ ਨਿਯਮਾਵਲੀ ਦੇ ਅੰਦਰ ਕੁਦਰਤੀ ਨਿਯਮਾਂ ਨੂੰ ਫੋਲੋ ਕਰਦਾ ਹੈ, ਤਾਂ ਉਹਨੂੰ ਸਫਲਤਾ ਮਿਲੇਗੀ ਹੀ ਮਿਲੇਗੀ। ਜਦੋਂ ਅਸੀਂ ਕਿਤੇ ਜੀਵਨ ਵਿੱਚ ਅਸਫਲ ਹੁੰਦੇ ਹਾਂ, ਤਾਂ ਉਦੋਂ ਅਸੀਂ ਕਿਤੇ ਨਾ ਕਿਤੇ ਸਫਲਤਾ ਵਾਲੀ ਰਿਕੁਆਇਰਮੈਂਟ ਨੂੰ ਪੂਰਾ ਨਹੀਂ ਕਰ ਰਹੇ ਹੁੰਦੇ। ਉਦੋਂ ਅਸੀਂ ਕਿਤੇ ਨਾ ਕਿਤੇ ਕਿਸੇ ਨੇਮ ਨੂੰ ਤੋੜ ਰਹੇ ਹੁੰਦੇ ਹਾਂ। ਤਾਂ ਇਸ ਲਈ ਸਾਨੂੰ ਇਥੋਂ ਜੀਵਨ ਵਾਸਤੇ ਕੀ ਜਾਂਚ ਮਿਲ ਰਹੀ ਹੈ ਕਿ ਅਸੀਂ ਦਿਨ ਰਾਤ ਦਾ ਮਤਲਬ ਹਰ ਸਮੇਂ ਰੱਬੀ ਗੁਣਾਂ ਦੇ ਧਾਰਨੀ ਰਹਿਣਾ ਹੈ, ਰੱਬੀ ਰਜ਼ਾ ਦੇ ਵਿੱਚ ਤੁਰਨਾ ਹੈ, ਗਾਫਲ ਨਹੀਂ ਹੋਣਾ, ਬੇਪਰਵਾਹ ਨਹੀਂ ਹੋਣਾ, ਅਚੇਤ ਨਹੀਂ ਹੋਣਾ, ਗੁਣਾਂ ਦਾ ਪੱਲਾ ਨਹੀਂ ਛੱਡਣਾ, ਔਗਣਾਂ ਵਾਲੇ ਪਾਸੇ ਨਹੀਂ ਜਾਣਾ। ਰਾਤ ਦਿਵਸ ਕੇ ਕੂਕਨੇ ਵੀ ਜਦੋਂ ਤੁਸੀਂ ਦਿਨ ਰਾਤ ਐਸਾ ਯਤਨ ਕਰੋਗੇ, ਕਬਹੂ ਕੇ ਸੁਨੇ ਪੁਕਾਰ, ਕਦੀ ਪੁਕਾਰ ਸੁਣੀ ਜਾਏਗੀ। ਮੀਨਸ ਕਿ ਤੁਸੀਂ ਆਤਮਿਕ ਜੀਵਨ ਦੇ ਵਿੱਚ ਸਫਲ ਹੋਵੋਗੇ। ਤਾਂ ਸਾਡੇ ਆਤਮਿਕ ਜੀਵਨ ਵਾਸਤੇ ਸਫਲਤਾ ਦਾ ਰਾਜ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਹਰ ਵਕਤ, ਹਰ ਸਮੇਂ ਰੱਬੀ ਰਜ਼ਾ ਵਿੱਚ ਤੁਰਨਾ, ਗੁਣਾਂ ਦੇ ਧਾਰਨੀ ਹੋਣਾ, ਔਗਣਾਂ ਵੱਲੋਂ ਬਚਣਾ, ਇਹ ਸਫਲਤਾ ਦਾ ਰਾਜ ਹੈ। ਇੱਕ ਦਿਨ ਤੁਹਾਨੂੰ ਸਫਲਤਾ ਮਿਲੇਗੀ। ਕਬੀਰ ਕਾਇਆ ਕਜਲੀ ਬਨ ਪਿਆ, ਮਨ ਕੁੰਚਰ ਮੈਂ ਮੰਤ। ਅੰਕਸ਼ ਗਿਆਨ ਰਤਨ ਹੈ, ਖੇਵਟ ਬਿਰਲਾ ਸੰਤ। ਇੱਥੇ ਜੋ ਕਜਲੀ ਸ਼ਬਦ ਹੈ ਨਾ, ਇਹਦੇ ਬਾਰੇ ਦੋ ਵਿਚਾਰ ਨੇ। ਕਜਲੀ ਬਨ ਇੱਕ ਤਾਂ ਅਸਾਮ ਦੇ ਵਿੱਚ ਇੱਕ ਜੰਗਲ ਮੰਨਿਆ ਗਿਆ ਹੈ, ਜਿਸ ਦੇ ਅੰਦਰ ਬਹੁਤ ਸਾਰੇ ਹਾਥੀ ਨੇ। ਜੋ ਡਾਕਟਰ ਗੁਰਚਰਨ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਜਿਨ੍ਹਾਂ ਨੇ ਲਿਖਿਆ ਹੈ, ਉਹ ਕਜਲੀ ਬਨ ਕਹਿ ਰਹੇ ਨੇ ਅਸਾਮ ਦੇ ਵਿੱਚ ਇੱਕ ਜੰਗਲ ਨੂੰ। ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖ ਰਹੇ ਨੇ ਕਜਲੀ ਬਨ ਰਿਖੀਕੇਸ਼ ਹਰਿਦੁਆਰ ਦੇ ਨਜ਼ਦੀਕ ਦੇ ਇੱਕ ਜੰਗਲ ਦਾ ਨਾਮ ਹੈ, ਜਿੱਥੇ ਹਾਥੀ ਰਹਿੰਦੇ ਨੇ। ਤਾਂ ਹੁਣ ਕਜਲੀ ਬਨ ਦਾ ਮਤਲਬ ਐਸਾ ਹੈ ਕਿ ਜਿਸ ਜੰਗਲ ਦੇ ਵਿੱਚ ਹਾਥੀ ਰਹਿ ਰਹੇ ਨੇ।
ਹਾਥੀ ਰਹਿ ਰਹੇ ਨੇ। ਉਹ ਹੁਣ ਚਾਹੇ ਤੁਸੀਂ ਅਸਾਮ ਵਾਲਾ ਸਮਝ ਲਓ ਜਾਂ ਰਿਸ਼ੀਕੇਸ਼ ਹਰਿਦੁਆਰ ਵਾਲਾ ਸਮਝ ਲਓ, ਇਹਦਾ ਮਤਲਬ ਭਾਵ ਇਹ ਹੈ ਕਿ ਉਹ ਜੰਗਲ ਜਿਸ ਵਿੱਚ ਹਾਥੀ ਰਹਿ ਰਹੇ ਨੇ। ਤੇ ਉਹ ਜੰਗਲ ਕਿਹੜਾ ਹੈ? ਕਾਇਆ ਕਜਲੀ ਬਣ ਪਿਆ। ਕਾਇਆ ਦਾ ਮਤਲਬ ਸਾਡਾ ਸਰੀਰ, ਕਜਲੀ ਬਨ ਦਾ ਮਤਲਬ ਜੰਗਲ ਜਿਸ ਵਿੱਚ ਹਾਥੀ ਰਹਿੰਦੇ ਨੇ। ਮਨ ਕੁੰਚਰ, ਕੁੰਚਰ ਦਾ ਮਤਲਬ ਹਾਥੀ, ਤੇ ਮੈਂ ਮੰਤ ਦਾ ਮਤਲਬ ਹੈਗਾ ਮਦ ਮਤ, ਆਪਣੇ ਮਦ ਦੇ ਵਿੱਚ ਮੱਤਾ ਹੋਇਆ, ਆਪਣੇ ਮਦ ਦੇ ਅੰਦਰ ਮਸਤ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ, ਜਦੋਂ ਅਸੀਂ ਰੱਬੀ ਗੁਣਾਂ ਦੇ ਨਾਲੋਂ ਟੁੱਟ ਜਾਂਦੇ ਹਾਂ, ਰੱਬੀ ਗੁਣਾਂ ਨਾਲੋਂ ਟੁੱਟਣ ਕਰਕੇ ਜੋ ਬਹੁਤਾਤ ਗਿਣਤੀ ਹੈ ਮਨੁੱਖਾਂ ਦੀ, ਉਹਨਾਂ ਦਾ ਇਹ ਸਰੀਰ ਮਾਨੋ ਕਜਲੀ ਜੰਗਲ ਬਣ ਜਾਂਦਾ ਹੈ। ਤੇ ਦੇਖੋ, ਆਪਾਂ ਪਹਿਲਾਂ ਇਸ ਚੀਜ਼ ਦੀ ਵਿਚਾਰ ਕੀਤੀ ਸੀ ਕਿ ਜੰਗਲ ਵਿੱਚ ਔਰ ਬਾਗ ਵਿੱਚ ਫਰਕ ਕੀ ਹੈ। ਲੋਕ ਬਾਗਾਂ ਦੀ ਸੈਰ ਕਰਨ ਜਾਂਦੇ ਨੇ, ਪਰ ਜੰਗਲਾਂ ਤੋਂ ਲੋਕ ਡਰਦੇ ਨੇ। ਪਰ ਜੰਗਲ ਔਰ ਬਾਗ ਦੇ ਅੰਦਰ ਇੱਕ ਸਮਾਨਤਾ ਹੈ, ਜੰਗਲ ਵਿੱਚ ਵੀ ਰੁੱਖ ਨੇ, ਬਾਗ ਵਿੱਚ ਵੀ ਰੁੱਖ ਨੇ। ਜੰਗਲ ਦੇ ਰੁੱਖ ਵੀ ਛਾਂ, ਫੁੱਲ, ਫਲ, ਪੱਤੀਆਂ, ਲੱਕੜ ਦਿੰਦੇ ਨੇ, ਤੇ ਬਾਗ ਦੇ ਰੁੱਖ ਵੀ ਫੁੱਲ, ਫਲ, ਪੱਤੀਆਂ, ਛਾਂ ਤੇ ਲੱਕੜ ਆਦਿਕ ਦਿੰਦੇ ਨੇ। ਹੁਣ ਫਰਕ ਕੀ ਹੈ ਬਾਗ ਔਰ ਜੰਗਲ ਵਿੱਚ? ਬਾਗ ਦੇ ਅੰਦਰ ਤਰਤੀਬ ਹੈ, ਕਿਸੇ ਤਰਤੀਬ ਦੇ ਅੰਦਰ ਰੁੱਖ ਲਗਾਏ ਗਏ ਨੇ। ਇੱਕ ਰੁੱਖ ਨੇ ਕਿੰਨਾ ਉੱਚਾ ਲੰਬਾ ਵਧਣਾ ਹੈ, ਕਿੰਨੀ ਉਹਨੂੰ ਜਗ੍ਹਾ ਚਾਹੀਦੀ ਹੈ, ਉਨੀ ਜਗ੍ਹਾ ਛੱਡ ਕੇ ਫਿਰ ਦੂਜਾ ਰੁੱਖ ਲਗਾਇਆ ਜਾਂਦਾ ਹੈ। ਫਿਰ ਉਸ ਬਾਗ ਦੇ ਅੰਦਰ ਘਾਸ ਫੂਸ ਵਗੈਰਾ ਉਹਨੂੰ ਪੈਦਾ ਨਹੀਂ ਹੋਣ ਦਿੱਤਾ ਜਾਂਦਾ, ਸਾਫ਼ ਸਫਾਈ ਹੁੰਦੀ ਹੈ ਔਰ ਤਰਤੀਬ ਹੁੰਦੀ ਹੈ। ਜੰਗਲ ਦੇ ਵਿੱਚ ਵੀ ਰੁੱਖ ਨੇ, ਪਰ ਉੱਥੇ ਤਰਤੀਬ ਨਹੀਂ ਹੈ, ਰੁੱਖਾਂ ਦੇ ਵਿੱਚ ਰੁੱਖ ਫਸੇ ਹੋਏ ਨੇ, ਆਰ ਪਾਰ ਉੱਥੇ ਕੁਝ ਦਿਸਦਾ ਨਹੀਂ ਹੈ। ਉਸ ਬੇਤਰਤੀਬੀ ਦੇ ਕਾਰਨ ਫਿਰ ਉੱਥੇ ਕਈ ਵਾਰੀ ਚੋਰ, ਲੁਟੇਰੇ, ਡਾਕੂਆਂ ਦੇ ਲੁਕਣਗਾਹ ਬਣ ਜਾਂਦੀ ਹੈ, ਔਰ ਉੱਥੇ ਫਿਰ ਜੰਗਲੀ ਜਾਨਵਰ ਪਲਦੇ ਨੇ। ਜਿੱਥੇ ਜਾਇਆ ਬੰਦੇ ਨੂੰ ਲੁੱਟਿਆ ਵੀ ਜਾ ਸਕਦਾ ਹੈ, ਉਹਦੀ ਜਾਨ ਦਾ ਵੀ ਖਤਰਾ ਹੁੰਦਾ ਹੈ। ਇਸੇ ਤਰ੍ਹਾਂ ਸਾਡਾ ਇਹ ਸਰੀਰ ਹੈ, ਸਾਡਾ ਜੀਵਨ ਹੈ। ਚਾਹੇ ਇਹਨੂੰ ਜੰਗਲ ਬਣਾ ਲਓ ਜਾਂ ਇਹਨੂੰ ਬਾਗ ਬਣਾ ਲਓ। ਦੇਖੋ, ਜੇ ਸਿਆਣੇ ਮਾਲੀ ਨੂੰ ਤੁਸੀਂ ਜੰਗਲ ਵਿੱਚ ਵੀ ਭੇਜ ਦਿਓਗੇ ਤਾਂ ਉਹ ਰੁੱਖਾਂ ਦੀ ਕਟਾਈ ਇਸ ਢੰਗ ਨਾਲ ਕਰੇਗਾ ਕਿ ਉਹਨੂੰ ਵੀ ਬਾਗ ਬਣਾ ਲਏਗਾ। ਤੇ ਜੇ ਕਿਸੇ ਮੇਰੇ ਵਰਗੇ ਮੂਰਖ ਬੰਦੇ ਨੂੰ ਤੁਸੀਂ ਲੱਖਾਂ ਚੰਗੇ ਚੰਗੇ ਰੁੱਖ ਦੇ ਦਿਓ ਤੇ ਜ਼ਮੀਨ ਦੇ ਦਿਓ, ਤੇ ਉਹ ਇਸ ਢੰਗ ਦੇ ਨਾਲ ਲਗਾਏਗਾ ਕਿ ਉਹ ਬਾਗ ਦਾ ਵੀ ਜੰਗਲ ਬਣਾ ਦੇਵੇਗਾ। ਹੁਣ ਇਹ ਸਾਡੀ ਜ਼ਿੰਦਗੀ ਹੈ, ਇਹ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਇਹਨੂੰ ਬਾਗ ਬਣਾਉਣਾ ਹੈ ਜਾਂ ਜੰਗਲ ਬਣਾਉਣਾ। ਜੇ ਤਾਂ ਸਾਡੀ ਜ਼ਿੰਦਗੀ ਵਿੱਚ ਤਰਤੀਬ ਹੈ, ਅਸੀਂ ਰੱਬੀ ਗੁਣਾਂ ਦੇ ਧਾਰਨੀ ਆ, ਅਸੀਂ ਕਿਸੇ ਨਿਯਮਾਵਲੀ ਨੂੰ ਫੋਲੋ ਕਰ ਰਹੇ ਹਾਂ, ਜੋ 6 ਗੱਲਾਂ ਆਪਾਂ ਸਾਂਝੀਆਂ ਕੀਤੀਆਂ ਨੇ ਅਸੀਂ ਉਹਨਾਂ ਦੇ ਧਾਰਨੀ ਆ, ਤਾਂ ਫਿਰ ਇਹ ਸਾਡਾ ਸਰੀਰ ਬਾਗ ਬਣ ਜਾਏਗਾ। ਇੱਥੇ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ ਆਦਿਕ ਦੇ ਗੁਣ ਪੈਦਾ ਹੋਣਗੇ, ਤਰਤੀਬ ਹੋਏਗੀ। ਪਰ ਆਮ ਮਨੁੱਖ ਦੀ ਜ਼ਿੰਦਗੀ ਵਿੱਚ ਤਰਤੀਬ ਨਹੀਂ, ਬੇਤਰਤੀਬੀ ਜ਼ਿੰਦਗੀ ਕਰਕੇ ਇਹ ਕਾਇਆ ਜੰਗਲ ਬਣ ਗਈ। ਇੱਥੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ, ਅਪਰਾਧ, ਮੇਰ ਤੇਰ, ਭਰੂਣ ਹੱਤਿਆ, ਜਾਤੀਵਾਦ, ਦਾਜ, ਦਹੇਜ, ਲੜਾਈ, ਦੰਗੇ, ਫਸਾਦ, ਇਹ ਸਭ ਕੁਝ ਬੇਤਰਤੀਬੀ ਦਾ ਰੂਪ ਹੈ। ਤਾਂ ਕਬੀਰ ਜੀ ਕਹਿੰਦੇ ਨੇ, ਰੱਬੀ ਰਜ਼ਾ ਨਾਲੋਂ ਟੁੱਟ ਕੇ ਇਹ ਜਿਹੜਾ ਸਰੀਰ ਹੈ ਇਹ ਮਾਨੋ ਕਜਲੀ ਜੰਗਲ ਬਣ ਗਿਆ ਹੈ। ਇਹਦੇ ਵਿੱਚ ਕਾਮ, ਕ੍ਰੋਧ ਆਦਿਕ ਨਾਜਾਇਜ਼ ਰੁੱਖ ਦਰਖਤ ਆਦਿਕ ਪੈਦਾ ਹੋ ਗਏ ਨੇ। ਮਨ ਕੁੰਚਰ ਮੈਂ ਮੰਤ, ਤੇ ਜਿਹੜਾ ਮਨ ਹੈ ਉਹ ਨਸ਼ੇ ਦੇ ਅੰਦਰ ਮੱਤਿਆ ਹੋਇਆ ਹਾਥੀ ਹੈ, ਤੇ ਉਹ ਇਸ ਜੰਗਲ ਦੇ ਅੰਦਰ ਵਿਚਰ ਰਿਹਾ ਹੈ। ਹੁਣ ਹਾਥੀ ਜਿਹੜਾ ਹੈ ਉਹ ਵੱਡੇ ਵੱਡੇ ਰੁੱਖਾਂ ਨੂੰ ਵੀ ਤੋੜਦਾ ਹੈ। ਹਾਥੀ ਜਿਹੜਾ ਹੈ ਉਹਦੇ ਨੇੜੇ ਜਾਓਗੇ ਤੇ ਉਹ ਤੁਹਾਡੀ ਮੌਤ ਦਾ ਕਾਰਨ ਬਣ ਸਕਦਾ ਹੈ। ਮਨ ਹਾਥੀ ਬਣਿਆ ਹੋਇਆ ਹੈ, ਇਹ ਕਿਸੇ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦਾ, ਆਪਣੇ ਆਪ ਨੂੰ ਇਹ ਮਹਾਨ ਵੱਡਾ ਕਹਿੰਦਾ ਹੈ। ਆਪਸ ਕੋ ਦੀਰਘ ਕਰ ਜਾਣੇ ਔਰਨ ਕੋ ਲਗਮਾਤ, ਦੂਜਿਆਂ ਨੂੰ ਲਗਮਾਤਰ ਨੀਵਾਂ ਸਮਝਦਾ ਹੈ, ਆਪਣੇ ਆਪ ਨੂੰ ਵੱਡਾ ਸਮਝਦਾ ਹੈ। ਇਹ ਮਨ ਜਿਹੜਾ ਹੈ ਹੰਕਾਰੀ ਬਣਿਆ ਹੋਇਆ।
ਤੇ ਹਾਥੀ ਜਦੋਂ ਬੇਤਰਤੀਬਾ ਹੋਵੇ ਨਾ, ਆਜ਼ਾਦ ਹੋਵੇ, ਤਾਂ ਉਦੋਂ ਉਹ ਹਾਥੀ ਨੁਕਸਾਨ ਦਾ ਕਾਰਨ ਬਣਦਾ ਹੈ। ਅੱਜ ਤੋਂ ਕਰੀਬ 20-25 ਸਾਲ ਪਹਿਲਾਂ ਦੀ ਗੱਲ ਹੈ। ਇੱਥੇ ਚੰਡੀਗੜ੍ਹ ਦੇ ਵਿੱਚ ਕੁਛ ਬਾਬੇ ਆਏ ਸਨ ਜਿਹੜੇ ਹਾਥੀ ਦੇ ਉੱਤੇ ਮੰਗਦੇ ਨੇ, ਹਾਥੀ ਉਹਨਾਂ ਕੋਲ ਹੁੰਦਾ ਹੈ। ਉਹ ਚੰਡੀਗੜ੍ਹ ਸ਼ਹਿਰ ਦੇ ਵਿੱਚ ਜਦੋਂ ਵੜੇ ਤਾਂ ਉਹਨਾਂ ਦਾ ਹਾਥੀ ਜਿਹੜਾ ਸੀ ਉਹ ਆਪ ਮੁਹਾਰਾ ਹੋ ਗਿਆ। ਉਹਨੇ ਮਹਾਵਤ ਦਾ ਕਹਿਣਾ ਮੰਨਣਾ ਛੱਡ ਦਿੱਤਾ। ਉਹਨੇ ਬਥੇਰੇ ਕੁੰਡੇ ਕੰਡੇ ਮਾਰੇ, ਪਰ ਹਾਥੀ ਉਹਨੇ ਚੁੱਕ ਕੇ ਉਹਨੂੰ ਮਹਾਵਤ ਨੂੰ ਹੀ ਥੱਲੇ ਸੁੱਟਿਆ। ਉਹਨਾਂ ਯਤਨ ਕੀਤਾ ਪਰ ਉਹਨਾਂ ਤੋਂ ਕਾਬੂ ਨਹੀਂ, ਬਾਬੇ ਤਾਂ ਗਏ ਭੱਜ। ਤੇ ਹਾਥੀ ਹੁਣ ਸੜਕ ਦੇ ਵਿੱਚ ਖਲੋਤਾ, ਕਿਸੇ ਦਾ ਰਿਕਸ਼ਾ ਉਹ ਮਾਰਿਆ ਪਰਾਂ ਚੁੱਕ ਕੇ, 3 ਵੀਲਰ, ਤੇ ਉਹ ਪੁਲਿਸ ਵਾਲੇ ਨਜ਼ਦੀਕ ਆਏ। ਉਹਨਾਂ ਸਮਝਿਆ ਵੀ ਆਮ ਝੋਟੇ ਤਰ੍ਹਾਂ ਇਹਨੂੰ ਡੰਡੇ ਮਾਰ ਕੇ ਭਜਾ ਦੇਣਗੇ। ਜਦੋਂ ਨੇੜੇ ਹੋਏ ਤੇ ਉਹਨੇ ਇੱਕ ਹੌਲਦਾਰ ਨੂੰ ਵਲੇਟ ਕੇ ਉੱਪਰੇ ਮਾਰਿਆ, ਉਹਦੀ ਲੱਤ ਬਾਂਹ ਟੁੱਟ ਗਈ। ਫਿਰ ਅਖੀਰ ਚਿੜੀਆ ਘਰ ਵਾਲੇ ਨੂੰ ਬੁਲਾਇਆ, ਉਹਨਾਂ ਨੇ ਨਸ਼ੇ ਦਾ ਟੀਕਾ, ਜਿਵੇਂ ਵੀ ਉਹ ਬੰਦੂਕ ਆਦਿਕ ਨਾਲ ਲਾਉਂਦੇ ਨੇ, ਉਹਨੂੰ ਨਸ਼ਾ ਲਾ ਕੇ ਤੇ ਉਹਨੂੰ ਲੈ ਗਏ। ਯਾਨੀ ਹੁਣ ਹਾਥੀ ਐਵੇਂ ਨੁਕਸਾਨ ਕਰੇਗਾ। ਤੇ ਜੇ ਹਾਥੀ ਦੇ ਸਿਰ ਤੇ ਕੁੰਡਾ ਹੋਵੇ, ਮਹਾਵਤ ਦੀ ਅਨੁਸਾਰ ਉਹ ਹਾਥੀ ਚੱਲੇ, ਤਾਂ ਫਿਰ ਉਹ ਸੁੱਖ ਦਾ ਕਾਰਨ ਹੈ। ਤਾਂ ਕਬੀਰ ਜੀ ਹੁਣ ਸਾਨੂੰ ਸਮਝਾ ਰਹੇ ਨੇ ਕਿ ਜੇ ਇਹ ਸਰੀਰ ਜੀਵਨ ਨੂੰ ਅਸੀਂ ਆਪਣੇ ਨੂੰ ਜੰਗਲ ਬਣਾ ਬੈਠੇ ਹਾਂ, ਜੇ ਸਾਡਾ ਮਨ ਹੰਕਾਰੀ ਹੋ ਗਿਆ ਹੈ ਔਰ ਵਿਕਾਰਾਂ ਦੇ ਵਿੱਚ ਖਚਤ ਹੈ, ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦਾ, ਜਾਂ ਇਹਦੇ ਵਿੱਚ ਸੁਪਰੀਓਰਿਟੀ ਕੰਪਲੈਕਸ ਆਦਿਕ ਆ ਗਏ ਨੇ, ਜਾਂ ਪੈਰਾਨਾਇਡ ਪਰਸਨੈਲਿਟੀ ਡਿਸਆਰਡਰ ਦਾ ਸ਼ਿਕਾਰ ਹੋ ਗਿਆ ਹੈ, ਤਾਂ ਉਹਦੇ ਵਾਸਤੇ ਫਿਰ ਹੁਣ ਸਾਨੂੰ ਸਾਧਨ ਦੱਸ ਰਹੇ ਨੇ। ਅੰਕਸ ਗਿਆਨ ਰਤਨ ਹੈ। ਅੰਕਸ ਦਾ ਮਤਲਬ ਲੋਹੇ ਦਾ ਉਹ ਕੁੰਡਾ ਜਿਹਦੇ ਨਾਲ ਹਾਥੀ ਨੂੰ ਚਲਾਇਆ ਜਾਂਦਾ ਹੈ। ਰਤਨ ਦਾ ਮਤਲਬ ਕੀਮਤੀ, ਗਿਆਨ ਦਾ ਮਤਲਬ ਗਿਆਨ। ਖੇਵਟ ਬਿਰਲਾ ਸੰਤ, ਇੱਥੇ ਸੰਤ ਦਾ ਮਤਲਬ ਹੈਗਾ ਮਲਾ, ਚਲਾਉਣ ਵਾਲਾ। ਸੰਤ ਦਾ ਮਤਲਬ ਸ਼ਾਂਤ। ਜਿਵੇਂ ਆਪਾਂ ਸੰਤ ਸ਼ਬਦ ਦੇ 4-5 ਅਰਥ ਮੈਂ ਆਪ ਨਾਲ ਸਾਂਝੇ ਕੀਤੇ ਸਨ, ਮੈਂ ਦੁਬਾਰਾ ਥੋੜਾ ਜਿਹਾ ਰਿਪੀਟ ਕਰਦੇ ਹਾਂ, ਜਿਸ ਕਰਕੇ ਇੱਥੇ ਜੋ ਭੁਲੇਖਾ ਪੈਂਦਾ ਹੈ ਉਹ ਨਾ ਪਵੇ। ਸੰਤ ਸ਼ਬਦ ਰੱਬ ਵਾਸਤੇ ਵੀ ਵਰਤਿਆ ਹੈ, ਜਿਵੇਂ ਭਾਗ ਹੁਆ ਗੁਰ ਸੰਤ ਮਿਲਾਇਆ, ਇੱਥੇ ਸੰਤ ਦਾ ਮਤਲਬ ਰੱਬ। ਸੁਖਮਨੀ ਸਾਹਿਬ ਵਿੱਚ ਜੋ ਸ਼ਬਦ ਹੈ, ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨਹਾਰ, ਉੱਥੇ ਸੰਤ ਦਾ ਮਤਲਬ ਹੈ ਗੁਰੂ। ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਪੈਂਦਾ ਹੈ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ। ਤੀਜਾ ਸੰਤ ਸ਼ਬਦ ਸੀ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਇੱਥੇ ਸੰਤ ਦਾ ਮਤਲਬ ਹੈ ਸ਼ਾਂਤ। ਕਿ ਜਦੋਂ ਗੁਰੂ ਅੰਮ੍ਰਿਤਮਈ ਨਜ਼ਰ ਨਾਲ ਦੇਖਦਾ ਹੈ, ਭਾਵ ਗਿਆਨ ਦੀ ਦਾਤ ਦਿੰਦਾ ਹੈ, ਤਾਂ ਬੰਦਾ ਸ਼ਾਂਤ ਹੋ ਜਾਂਦਾ ਹੈ, ਉਹਦੇ ਵਿਕਾਰਾਂ ਦੀ ਅੰਦਰਲੀ ਅੱਗ ਜਿਹੜੀ ਹੈ ਉਹ ਬੁਝ ਜਾਂਦੀ ਹੈ। ਤੇ ਸੰਤ ਸ਼ਬਦ ਦਾ ਚੌਥਾ ਅਰਥ ਹੈ ਪਿਆਰਾ ਜਾਂ ਦਾਸ, ਜਿਵੇਂ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ, ਇੱਥੇ ਸੰਤ ਦਾ ਮਤਲਬ ਦਾਸ ਜਾਂ ਪਿਆਰਾ। ਤੇ ਪੰਜਵਾਂ ਅਰਥ ਸੰਤ ਸ਼ਬਦ ਦਾ ਹੈ ਸਤਸੰਗਤ, ਸੰਤ ਸੰਗ ਹਰ ਮਨ ਬਸੈ। ਤਾਂ ਇੱਥੇ ਹੁਣ ਇਸ ਹਾਥੀ ਨੂੰ ਕਾਬੂ ਵਿੱਚ ਰੱਖਣ ਲਈ ਗੁਰੂ ਦਾ ਸ੍ਰੇਸ਼ਟ ਗਿਆਨ ਹੀ ਕੁੰਡਾ ਬਣ ਸਕਦਾ ਹੈ। ਤੇ ਕੋਈ ਭਾਗਾਂ ਵਾਲਾ ਗੁਰਮੁਖ ਹੈ ਜੋ ਉਸ ਕੁੰਡੇ ਨੂੰ ਵਰਤ ਕੇ ਇਸ ਹਾਥੀ ਨੂੰ ਚਲਾਉਣ ਜੋਗਾ ਬਣ ਜਾਂਦਾ ਹੈ। ਯਾਨੀ ਜੋ ਗੁਰੂ ਦਾ ਗਿਆਨ ਹੈ ਉਹ ਕੁੰਡਾ ਹੈ, ਉਸ ਗਿਆਨ ਮੁਤਾਬਕ ਜ਼ਿੰਦਗੀ ਜੀਣੀ ਹੈ, ਮਨ ਨੂੰ ਉਸ ਗਿਆਨ ਮੁਤਾਬਕ ਚਲਾਣਾ ਹੈ। ਜਿਵੇਂ ਗੁਰਬਾਣੀ ਵਿੱਚ ਸਾਨੂੰ ਥਾਂ ਪਰ ਥਾਂ ਸਮਝਾਇਆ ਨਾ, ਅਕਲੀ ਸਾਹਿਬ ਸੇਵੀਏ ਅਕਲੀ ਕੀਤੇ ਦਾਨ, ਅਕਲੀ ਪੜ੍ਹ ਕੇ ਬੁੱਝੀਏ ਅਕਲੀ ਪਾਈਏ ਮਾਨ। ਅਕਲ ਦੀ ਵਰਤੋਂ ਕਰਨੀ ਹੈ, ਗਿਆਨ ਦੀ ਵਰਤੋਂ ਕਰਨੀ ਹੈ। ਦੀਜੇ ਬੁੱਧ ਵਿਵੇਕਾ ਵਾਲੀ ਗੱਲ ਹੈ, ਕਾਮਨ ਸੈਂਸ ਪ੍ਰਾਪਤ ਹੋ ਜਾਏ, ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲੇ। ਤੇ ਜੇ ਅਸੀਂ ਗਿਆਨ ਦੀ ਵਰਤੋਂ ਨਹੀਂ ਕਰਾਂਗੇ, ਗਿਆਨ ਦੀ ਵਰਤੋਂ ਗਲਤ ਕਰਾਂਗੇ, ਤਾਂ ਪ੍ਰੋਬਲਮ ਕ੍ਰੀਏਟ ਹੋ ਜਾਏਗੀ। ਹੁਣ ਕਈ ਲੋਕ ਕਿਵੇਂ ਨੇ, ਮੈਂ ਆਪ ਨੂੰ ਇੱਕ ਪਿੱਛੇ ਖਾਸੇ ਦੇ ਵਿੱਚ ਗੱਲ ਸੁਣਾਈ ਸੀ ਕਿ ਕਿਸੇ ਰਾਜੇ ਦਾ ਦਿਮਾਗ ਖਰਾਬ ਹੋ ਗਿਆ ਤੇ ਰਾਜਾ ਬੜਾ ਚੰਗਾ ਸੀ, ਤੇ ਉਹਨਾਂ ਨੇ ਵਜ਼ੀਰਾਂ ਨੇ ਸੋਚਿਆ ਵੀ ਚਲੋ ਰਾਜੇ ਦਾ ਦਿਮਾਗ ਬਦਲ ਦਿੰਨੇ ਆ। ਇਹ ਸਿਰਫ ਕਹਾਣੀ ਹੈ, ਇੱਕ ਸਚਾਈ ਨਹੀਂ ਹੈ। ਤੇ ਉਹਨਾਂ ਨੇ ਸੋਚਿਆ ਯਾਰ ਦਿਮਾਗ ਤੇ ਬਦਲ ਦਿਆਂਗੇ, ਪ੍ਰਜਾ ਵਾਸਤੇ ਹੈ ਵੀ ਠੀਕ, ਪਰ ਦਿਮਾਗ ਵੇਚੇਗਾ ਕੌਣ? ਜਿਹੜਾ ਦਿਮਾਗ ਦੇਵੇਗਾ ਉਹਦੀ ਤਾਂ ਮੌਤ ਹੋ ਸਕਦੀ ਹੈ। ਕਹਿੰਦੇ ਚਲੋ ਟਰਾਈ ਕਰ ਲੈਂਦੇ। ਅਨਾਉਂਸ ਕੀਤੀ, 3 ਬੰਦੇ ਦਿਮਾਗ ਵੇਚਣ ਵਾਲੇ ਆ ਗਏ। ਪਹਿਲੇ ਤੋਂ ਪੁੱਛਿਆ ਹਾਂ ਵੀ ਕਿੰਨੇ ਪੈਸੇ ਲੈਂਗਾ ਦਿਮਾਗ ਦੇ? ਕਹਿੰਦਾ ਯਾਰ ਲੋੜ ਹੈ, ਇਸ ਕਰਕੇ ਦਿਮਾਗ ਵੇਚ ਦਿਆਂਗਾ, ਮੇਰੀ ਬੇਸ਼ੱਕ ਮੌਤ ਵੀ ਹੋ ਜਾਏ, ਬੱਚਿਆਂ ਨੂੰ ਚਾਹੀਦੇ ਨੇ, 25,000 ਰੁਪਇਆ ਲੈ ਲਵਾਂ। ਪੁੱਛਿਆ ਵੀ ਕੰਮ ਕੀ ਕਰਦਾ? ਕਹਿੰਦਾ ਮੈਂ ਬਹੁਤ ਵੱਡਾ ਸਾਇੰਟਿਸਟ ਹਾਂ, ਮੈਂ ਬਹੁਤ ਵੱਡੀਆਂ ਖੋਜਾਂ ਕੀਤੀਆਂ ਨੇ,
मैं ऐसी दूरबीन बनाई है जो कई मिलियन ट्रिलियन लाइट ईयर तक इस ब्रह्मांड ਨੂੰ ਵੇਖ ਸਕਦੀ ਹੈ। ਬਹੁਤ ਖੋਜਾਂ ਕੀਤੀਆਂ। ਦੂਜੇ ਤੋਂ ਪੁੱਛਿਆ ਵੀ ਤੂੰ ਕਿੰਨੇ ਲਵੇਂਗਾ? ਕਹਿਣ ਲੱਗਾ ਮੈਂ ਲਵਾਂਗਾ ਜੀ 50,000। ਕਹਿਣ ਲੱਗਾ ਕੰਮ ਕੀ ਕਰਦਾ? ਮੈਂ ਕਹਿਣ ਲੱਗਾ ਮੈਂ ਬਹੁਤ ਵੱਡਾ ਇੰਜੀਨੀਅਰ ਹਾਂ, ਮੇਰੇ ਕੋਲ ਬਹੁਤ ਵੱਡੀਆਂ ਟੈਕਨੀਕਸ ਨੇ, ਮੈਂ ਰੇਤੇ ਦੇ ਉੱਤੇ ਵੀ ਮਕਾਨ ਬਣਾ ਦਿਆਂ ਤੇ ਮੇਰੇ ਕੋਲ ਐਸੀ ਟੈਕਨੀਕਸ ਨੇ ਕਿ ਉਹ ਡਿੱਗੇਗਾ ਨਹੀਂ। 50,000 ਰੁਪਏ। ਤੀਜਾ ਸੀ ਕੋਈ ਮੇਰੇ ਵਰਗਾ, ਹਾਂਜੀ ਭਾਈ ਜੀ ਮੋਹਰ ਸਿੰਘ ਜੀ ਤੁਸੀਂ ਕਿੰਨੇ ਲਓ? ਕਹਿੰਦਾ ਜੀ ਮੈਂ ਲਵਾਂਗਾ 10 ਲੱਖ ਰੁਪਏ। ਉਹਨਾਂ ਨੇ ਸਮਝਿਆ ਵੀ ਤਾਂ ਬਹੁਤ ਤਗੜੀ ਕੋਈ ਸ਼ੈ ਹੋਣੀ। ਕਹਿਣ ਲੱਗਾ ਕੰਮ ਕੀ ਕਰਨਾ ਹੈ? ਕੋਈ ਖੋਜ ਕੀਤੀ? ਕਹਿੰਦਾ ਵੀ ਖੋਜ ਖਾਜ ਦਾ ਤੇ ਮੈਨੂੰ ਪਤਾ ਨਹੀਂ, ਖੋਜ ਮੈਂ ਇੰਨੀ ਕਰਨਾ ਵੀ ਤੇਰੇ ਲੰਗਰ ਪਾਣੀ ਨੇੜੇ ਲੱਗਾ ਹੋਵੇ, ਲੰਗਰ ਪਾਣੀ ਛਕ ਹੀ ਦੇ ਤੇ ਸੌਂ ਜਾਈਦਾ। ਕਹਿਣ ਲੱਗਾ ਕਮਲਿਆ ਇਹ ਐਡਾ ਵੱਡਾ ਸਾਇੰਟਿਸਟ ਹੈ 25,000 ਮੰਗਦਾ ਪਿਆ, ਐਡਾ ਵੱਡਾ ਇੰਜੀਨੀਅਰ 50,000 ਮੰਗਦਾ ਹੈ, ਕੰਮ ਤੂੰ ਕੋਈ ਕੀਤਾ ਨਹੀਂ, ਖੋਜ ਤੂੰ ਕੀਤੀ ਨਹੀਂ, 10 ਲੱਖ ਕਾਹਦੇ? ਕਹਿਣ ਲੱਗਾ 10 ਲੱਖ ਮੈਂ ਇਸ ਚੀਜ਼ ਦੇ ਮੰਗ ਰਿਹਾ ਕਿ ਇਹਨਾਂ ਲੋਕਾਂ ਨੇ ਆਪਣਾ ਦਿਮਾਗ ਵਰਤਿਆ ਹੈ, ਮੈਨੂੰ ਰੱਬ ਨੇ ਜਿਵੇਂ ਦਿੱਤਾ ਸੀ ਮੈਂ ਸੀਲ ਬੰਦ ਰੱਖਿਆ ਨਵਾਂ ਨਕੋਰ, ਇਸ ਕਰਕੇ ਪੈਸੇ ਪੂਰੇ ਲਵਾਂਗਾ ਨਾ। ਹੁਣ ਜਦੋਂ ਨਵਾਂ ਨਕੋਰ ਜਿਹੜੇ ਬੰਦੇ ਰੱਖਣਗੇ ਦਿਮਾਗ, ਫਿਰ ਬਾਤ ਨਹੀਂ ਨਾ ਬਣੇਗੀ। ਇਸ ਲਈ ਗਿਆਨ ਦੀ ਸਹੀ ਵਰਤੋਂ ਕਰਨੀ। ਦੇਖੋ ਮਨ ਔਰ ਬੁੱਧ ਨੂੰ ਥੋੜਾ ਜਿਹਾ ਸਮਝ ਲੈਣਾ। ਮਨ ਕੀ ਹੈ? ਸਾਡੇ ਦਿਮਾਗ ਦੀ ਇੱਕ ਐਕਟੀਵਿਟੀ ਦਾ ਨਾਮ ਹੈ, ਜਿੱਥੋਂ ਸਾਡੇ ਸੰਕਲਪ ਔਰ ਵਿਕਲਪ ਪੈਦਾ ਹੁੰਦੇ ਨੇ। ਦਿਮਾਗ ਦੀ ਉਸ ਐਕਟੀਵਿਟੀ ਨੂੰ ਮਨ ਕਹਿੰਦੇ ਨੇ। ਤੇ ਮਨ ਦੇ ਜਿਹੜੇ ਵਿਚਾਰ ਨੇ, ਉਹ ਕਿਹੜਾ ਵਿਚਾਰ ਠੀਕ ਹੈ ਔਰ ਕਿਹੜਾ ਗਲਤ ਹੈ, ਜੋ ਇਹ ਚੀਜ਼ ਦਾ ਨਿਰਣਾ ਕਰਦੀ ਹੈ ਮਨ, ਦਿਮਾਗ ਦੀ ਉਸ ਐਕਟੀਵਿਟੀ ਨੂੰ ਬੁੱਧੀ ਕਹਿੰਦੇ ਨੇ। ਤਾਂ ਮਨ ਦੇ ਅੰਦਰ ਪੈਦਾ ਹੋਏ ਹਰ ਵਿਚਾਰ ਨੂੰ ਉਸੇ ਤਰ੍ਹਾਂ ਲਾਗੂ ਨਹੀਂ ਕਰਨਾ। ਸਗੋਂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਦਾ ਮਤਲਬ ਹੀ ਇਹ ਹੈ ਕਿ ਮਨ ਨੂੰ ਮਤ ਦੇ ਅਧੀਨ ਰੱਖਣਾ ਹੈ, ਉਹਨਾਂ ਵਿਚਾਰਾਂ ਦਾ ਫੈਸਲਾ ਸਹੀ ਗਿਆਨ ਦੇ ਨਾਲ ਲੈਣਾ। ਤਾਂ ਅੰਕਸ਼ ਗਿਆਨ ਰਤਨ ਹੈ। ਗੁਰੂ ਦਾ ਜਿਹੜਾ ਗਿਆਨ ਹੈ ਉਹ ਕੀਮਤੀ ਰਤਨ ਹੈ, ਉਹ ਕੁੰਡਾ ਹੈ। ਖੇਵਟ ਬਿਰਲਾ ਸੰਤ, ਸੰਤ ਦਾ ਮਤਲਬ ਭਲਾ ਪੁਰਸ਼। ਕੋਈ ਵਿਰਲਾ ਇਨਸਾਨ ਜੋ ਸ਼ਾਂਤ ਹੋ ਗਿਆ ਹੈ ਵਿਕਾਰਾਂ ਵੱਲੋਂ, ਉਹ ਜਿਹੜਾ ਹੈ ਵਿਰਲਾ ਹੈ ਜਿਹੜਾ ਇਸ ਗਿਆਨ ਦੇ ਕੁੰਡੇ ਮੁਤਾਬਕ ਜ਼ਿੰਦਗੀ ਜੀਂਦਾ ਹੈ, ਤੇ ਉਹ ਬੰਦਾ ਫਿਰ ਸ਼ਾਂਤ ਹੋ ਜਾਂਦਾ, ਉਹਦੀ ਜ਼ਿੰਦਗੀ ਵਿੱਚ ਸਫਲਤਾ ਆ ਜਾਂਦੀ। ਤਾਂ ਇੱਥੇ ਸਾਨੂੰ ਜੀਣ ਵਾਸਤੇ ਕੀ ਮਿਲ ਰਿਹਾ ਹੈ, ਮੈਂ ਦੁਹਰਾ ਦਿਆਂ ਕਿ ਜਦੋਂ ਅਸੀਂ ਸੱਚ ਨਾਲੋਂ ਟੁੱਟ ਜਾਂਦੇ ਹਾਂ, ਸਾਡੇ ਜੀਵਨ ਦੀ ਕੋਈ ਤਰਤੀਬ ਨਹੀਂ ਰਹਿੰਦੀ, ਅਸੀਂ ਕਿਸੇ ਨਿਯਮ ਨਿਯਮਾਵਲੀ ਦੀ ਪਾਲਣਾ ਨਹੀਂ ਕਰਦੇ, ਉਦੋਂ ਸਾਡਾ ਇਹ ਸਰੀਰ ਹੀ ਜੰਗਲ ਬਣ ਜਾਂਦਾ ਹੈ ਬੇਤਰਤੀਬੀ ਦੇ ਕਾਰਨ। ਇਹਦੇ ਵਿੱਚ ਕਾਮ ਕ੍ਰੋਧ ਆਦਿਕ ਅਨੇਕਾਂ ਪਾਪ ਵਿਕਾਰ ਪੈਦਾ ਹੋ ਜਾਂਦੇ ਨੇ। ਜਿਹੜਾ ਮਨ ਹੈ ਆਪ ਖੁਦਰਾਪਨ ਕਰਦਾ, ਹਾਥੀ ਦੀ ਤਰ੍ਹਾਂ ਵਿਚਰਦਾ ਹੈ, ਜੋ ਲੋਕਾਂ ਦੀਆਂ ਭਾਵਨਾਵਾਂ ਦਾ ਵੀ ਕਤਲ ਕਰਦਾ ਹੈ। ਉਸ ਚੀਜ਼ ਨੂੰ ਠੀਕ ਕਰਨ ਵਾਸਤੇ, ਮਨ ਨੂੰ ਕੰਟਰੋਲ ਕਰਨ ਲਈ ਗੁਰੂ ਦਾ ਗਿਆਨ ਇੱਕ ਬਹੁਤ ਕੀਮਤੀ ਰਤਨ ਹੈ। ਉਸ ਗਿਆਨ ਦੀ ਵਰਤੋਂ ਕਰਨ ਦੀ ਜ਼ਰੂਰਤ ਹੈ। ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣ ਦੀ ਲੋੜ ਹੈ। ਤੇ ਕੁਝ ਵਿਰਲੇ ਲੋਕ ਨੇ ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਨੇ, ਤੇ ਜਦੋਂ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਹਨ, ਉਹ ਸ਼ਾਂਤ ਹੁੰਦੇ ਨੇ, ਉਹ ਆਤਮਿਕ ਜੀਵਨ ਵਿੱਚ ਤਰੱਕੀ ਕਰਦੇ ਨੇ, ਉਹਨਾਂ ਦੇ ਜੀਵਨ ਦੇ ਅੰਦਰ ਖੁਸ਼ੀਆਂ, ਖੇੜੇ, ਆਨੰਦ, ਪ੍ਰਸੰਨਤਾ ਪੈਦਾ ਹੁੰਦੀ ਹੈ, ਇਨਸਾਨੀਅਤ ਪੈਦਾ ਹੁੰਦੀ ਹੈ। ਇਸ ਲਈ ਅਸੀਂ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਹੀ ਕਰ ਸਕਦੇ ਹਾਂ। ਜੇ ਜੀਵਨ ਦੇ ਅੰਦਰ ਕਿਤੇ ਨੈਗੇਟਿਵਿਟੀ ਹੈ, ਕਿਤੇ ਇਨਫੀਰੀਓਰਿਟੀ ਕੰਪਲੈਕਸ ਹੈ, ਕਿਤੇ ਜਾਣ ਬੁੱਝ ਕੇ ਜਾਂ ਅਣਜਾਣਪੁਣੇ ਵਿੱਚ ਅਸੀਂ ਆਪਣੇ ਜੀਵਨ ਨੂੰ ਬੇਤਰਤੀਬਾ ਬਣਾ ਚੁੱਕੇ ਹਾਂ, ਜਾਂ ਸਾਡੇ ਅੰਦਰ ਈਗੋ, ਹੰਕਾਰ ਵਗੈਰਾ ਆ ਗਿਆ ਹੈ, ਤਾਂ ਮਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਪੋਸੀਬਿਲਿਟੀ ਹਰ ਇਨਸਾਨ ਦੇ ਅੰਦਰ ਹੈ। ਜ਼ਰੂਰਤ ਕੇਵਲ ਗੁਰੂ ਗਿਆਨ ਦੀ ਵਰਤੋਂ ਕਰਨ ਦੀ। ਕਬੀਰ ਰਾਮ ਰਤਨ ਮੁਖ ਕੋਥਰੀ, ਪਾਰਖ ਆਗੇ ਖੋਲ, ਕੋਈ ਆਏ ਮਿਲੇ ਗੋ ਗਾਹਕੀ, ਲੈ ਗੋ ਮਹਿੰਗੇ ਮੋਲ। ਇਹ ਮਹਿੰਗੇ ਲਿਖਿਆ ਹੋਇਆ ਹੈ, ਮਹਿੰਗੇ ਪੜਨਾ ਹੈ ਬਿੰਦੀ ਲਗਾ ਕੇ, ਮਹਿੰਗੇ ਮੋਲ। ਰਾਮ ਰਤਨ ਮੁਖ ਕੋਥਰੀ, ਕੋਥਰੀ ਦਾ ਮਤਲਬ ਹੈਗਾ ਬਟੂਆ, ਗੁੱਥੀ, ਜਿਹਨੂੰ ਅਸੀਂ ਗੁਥਲੀ ਵੀ ਕਹਿ ਦਿੰਦੇ ਆ ਕਿ ਫਲਾਂ ਬੰਦਾ ਗੁਣਾਂ ਦੀ ਗੁਥਲੀ ਹੈ। ਅਸੀਂ ਨਿੱਕੇ ਨਿੱਕੇ ਹੁੰਦੇ ਸਾਂ ਤੇ ਤੁਸੀਂ ਸਾਰੇ ਹੀ ਬਾਂਟੇ ਖੇਡਦੇ ਰਹੇ ਹੋਗੇ, ਤੇ ਕੱਪੜਿਆਂ ਦੀਆਂ ਨਿੱਕੀਆਂ ਜਿਹੀਆਂ ਗੁਥਲੀਆਂ ਬਣਾਈਆਂ ਹੁੰਦੀਆਂ ਸਨ, ਉਹਦੇ ਵਿੱਚ ਬਾਂਟੇ ਪਾਏ ਹੁੰਦੇ ਸਨ।
ਜਿਹਦੇ ਕੋਲ ਹੀਰੇ ਜਵਾਹਰਾਤ ਨੇ ਉਹਨੇ ਗੁਥਲੀ ਦੇ ਅੰਦਰ ਹੀਰੇ ਜਵਾਹਰਾਤ ਪਾਏ ਹੁੰਦੇ ਸਨ। ਕੋਥਰੀ ਦਾ ਮਤਲਬ ਗੁਥਲੀ ਜਾਂ ਬਟੂਆ ਆਦਿ। ਪਾਰਖ ਦਾ ਮਤਲਬ ਪਰਖ ਕਰਨ ਵਾਲਾ, ਕਦਰ ਕੀਮਤ ਜਾਣਨ ਵਾਲਾ। ਤਾਂ ਕਬੀਰ ਜੀ ਕਹਿ ਰਹੇ ਨੇ ਰਾਮ ਰਤਨ ਜੋ ਪ੍ਰਭੂ ਹੈ, ਰੱਬੀ ਜੋ ਗੁਣ ਨੇ, ਜੋ ਰੱਬ ਦੀ ਰਜ਼ਾ ਭਾਣਾ ਹੈ, ਹੁਕਮ ਹੈ, ਨਿਯਮਾਵਲੀ ਹੈ, ਉਹ ਇੱਕ ਬਹੁਤ ਵੱਡਾ ਕੀਮਤੀ ਰਤਨ ਹੈ। ਰੱਬੀ ਗੁਣ ਜਿਹੜੇ ਨੇ ਬਹੁਤ ਵੱਡੇ ਕੀਮਤੀ ਰਤਨ ਨੇ। ਜੋ ਰੱਬੀ ਰਜ਼ਾ ਦੇ ਵਿੱਚ ਤੁਰਨਾ ਹੈ ਬਹੁਤ ਵੱਡਾ ਕੀਮਤੀ ਰਤਨ ਹੈ। ਇਹ ਆਪਾਂ ਵਿਆਖਿਆ ਪਹਿਲੋਂ ਹਰ ਰੋਜ਼ ਹੀ ਕਰ ਰਹੇ ਹਾਂ ਕਿ ਜੋ ਕੁਝ ਵੀ ਅੱਜ ਤੱਕ ਤਰੱਕੀ ਹੋਈ ਹੈ ਉਹ ਹੁਕਮ ਔਰ ਰਜ਼ਾ ਦੇ ਅੰਦਰ ਚੱਲ ਕੇ ਹੋਈ ਹੈ। ਬਾਹਰ ਹੁਕਮ ਨਾ ਕੋਈ, ਹੁਕਮ ਤੋਂ ਬਾਹਰ ਕੋਈ ਨਹੀਂ ਹੈ। ਜਿਵੇਂ ਥੋੜੀ ਦੇਰ ਪਹਿਲਾਂ ਪੰਡਾਲ ਵੀਰ ਜੀ ਕਹਿ ਰਹੇ ਸੀ ਆਪਣਾ ਪ੍ਰਚਾਰਕਾਂ ਵੀਰਾਂ ਦੀ ਗੱਲ, ਬਿਲਕੁਲ ਸਹੀ ਗੱਲ ਹੈ ਕਿ ਜਦੋਂ ਅਸੀਂ ਕਰਾਮਾਤੀ ਗੱਲਾਂ ਕਰਦੇ ਹਾਂ ਕਿ ਇੰਜ ਹੋ ਗਿਆ, ਇਹ ਹੋ ਗਿਆ, ਪੈਟਰੋਲ ਤੋਂ ਬਿਨਾ ਪਾਣੀ ਨਾਲ ਹੀ ਗੱਡੀ ਚਲੀ ਗਈ ਜਾਂ ਹੋਰ ਕੁਝ ਐਸਾ, ਤਾਂ ਉਹ ਗੈਰ ਕੁਦਰਤੀ ਗੱਲਾਂ ਨੇ, ਬਿਲਕੁਲ ਗੈਰ ਕੁਦਰਤੀ ਨੇ। ਸਭ ਤੋਂ ਕੀਮਤੀ ਹੈ ਰੱਬੀ ਰਜ਼ਾ, ਲਾ ਆਫ ਨੇਚਰ। ਤੇ ਕਬੀਰ ਜੀ ਕਹਿੰਦੇ ਨੇ ਇਹ ਜਿਹੜੀ ਰੱਬੀ ਗੁਣਾਂ ਦੀ ਗੁਥਲੀ ਹੈ ਨਾ, ਮੁੱਖ ਕੋਥਰੀ ਜਿਹੜਾ ਮੂੰਹ ਹੈ, ਇਹ ਮੰਨ ਲਓ ਆਪਣੇ ਮੂੰਹ ਨੂੰ ਗੁੱਥੀ ਬਣਾ। ਭਾਈ ਸਾਹਿਬ ਸਿੰਘ ਜੀ ਜੋ ਅਰਥ ਕਰ ਰਹੇ ਨੇ, ਪ੍ਰਭੂ ਦਾ ਜੋ ਹੁਕਮ ਹੈ ਸਭ ਤੋਂ ਕੀਮਤੀ ਪਦਾਰਥ ਹੈ। ਇਸ ਪਦਾਰਥ ਨੂੰ ਸਾਂਭ ਕੇ ਰੱਖਣ ਵਾਸਤੇ ਆਪਣੇ ਮੂੰਹ ਨੂੰ ਗੁੱਥੀ ਬਣਾ। ਤੇ ਇਸ ਰਤਨ ਦੀ ਕੀਮਤ ਜਾਣਨ ਵਾਲੇ ਕਿਸੇ ਗੁਰਮੁਖ ਦੇ ਅੱਗੇ ਖੋਲ। ਯਾਨੀ ਸਾਡਾ ਮੂੰਹ ਜਿਹੜਾ ਹੈ ਨਾ, ਇਹਦੀ ਗੁੱਥਲੀ ਦਾ ਮੂੰਹ ਹੈ। ਸਾਡੇ ਅੰਦਰ ਅਨੇਕਾਂ ਗੁਣ ਨੇ। ਕਿਸੇ ਨੇ ਬਹੁਤ ਵਧੀਆ ਲਿਖਿਆ ਕਿ ਸਾਡਾ ਜਿਹੜਾ ਸਰੀਰ ਹੈ ਨਾ, ਇੱਕ ਦੁਕਾਨ ਹੈ। ਸਾਡਾ ਸਰੀਰ ਇੱਕ ਦੁਕਾਨ ਹੈ ਤੇ ਜ਼ਬਾਨ ਜਾਂ ਸਾਡਾ ਮੂੰਹ ਇਹਦਾ ਤਾਲਾ ਹੈ। ਜਦੋਂ ਮੂੰਹ ਜਾਂ ਜ਼ਬਾਨ ਖੁੱਲਦਾ ਹੈ ਨਾ, ਉਦੋਂ ਪਤਾ ਲੱਗਦਾ ਹੈ ਕਿ ਇਹ ਦੁਕਾਨ ਕੋਲਿਆਂ ਦੀ ਹੈ ਕਿ ਹੀਰਿਆਂ ਦੀ। ਉਦੋਂ ਪਤਾ ਲੱਗਦਾ ਹੈ ਇਹ ਜਿਹੜੀ ਦੁਕਾਨ ਹੈ ਹੀਰਿਆਂ ਦੀ ਹੈ ਜਾਂ ਕੋਲਿਆਂ ਦੀ ਹੈ। ਜਦੋਂ ਤੱਕ ਅਸੀਂ ਚੁੱਪ ਕਰਕੇ ਬੈਠੇ ਹਾਂ ਉਦੋਂ ਤੱਕ ਸਾਡਾ ਪਰਦਾ ਹੈ, ਪਰ ਜਦੋਂ ਅਸੀਂ ਬੋਲਣਾ ਸ਼ੁਰੂ ਕਰਦੇ ਹਾਂ ਨਾ, ਤਾਂ ਸਾਡੇ ਬੋਲ ਸਾਡੀ ਮੈਂਟੈਲਿਟੀ ਨੂੰ ਦੱਸਦੇ ਨੇ, ਸਾਡੀ ਅਕਲ ਨੂੰ, ਸਾਡੇ ਵਿਹਾਰ ਨੂੰ ਔਰ ਸਾਡੀ ਯੋਗਤਾ ਜਾਂ ਅਯੋਗਤਾ ਨੂੰ ਸਾਡੇ ਬੋਲ ਬਿਆਨ ਕਰਦੇ ਨੇ। ਸਾਡੇ ਬੋਲ ਸਾਡੀਆਂ ਦੂਰੀਆਂ ਔਰ ਨੇੜਤਾ ਦਾ ਕਾਰਨ ਬਣਦੇ ਨੇ। ਤੂੰ ਪ੍ਰੀਤ ਗਈ ਬੁਰ ਬੋਲ, ਬੁਰੇ ਬੋਲ ਬੋਲਿਆਂ ਪ੍ਰੀਤ ਟੁੱਟ ਜਾਂਦੀ ਹੈ। ਗੰਢ ਪ੍ਰੀਤੀ ਮਿੱਠੇ ਬੋਲ, ਚੰਗੇ ਬੋਲ ਬੋਲਣ ਦੇ ਨਾਲ ਪ੍ਰੀਤ ਗੰਢੀ ਜਾ ਸਕਦੀ ਹੈ। ਤਾਂ ਕਬੀਰ ਜੀ ਕਹਿੰਦੇ ਨੇ ਪ੍ਰਭੂ ਦਾ ਜੋ ਹੁਕਮ ਹੈ, ਰੱਬੀ ਜੋ ਗੁਣ ਨੇ, ਇਹ ਬੜੇ ਕੀਮਤੀ ਰਤਨ ਨੇ। ਇਹਨਾਂ ਨੂੰ ਸੰਭਾਲ ਕੇ ਰੱਖ ਔਰ ਆਪਣੇ ਮੂੰਹ ਨੂੰ ਗੁਥਲੀ ਬਣਾ, ਭਾਵ ਕਿ ਜ਼ਬਾਨ ਰਾਹੀਂ ਇਹਨਾਂ ਗੁਣਾਂ ਦੀ ਗੱਲ ਕਰ। ਪਾਰਖ ਆਗੇ ਖੋਲ। ਜਿਹੜਾ ਕੋਈ ਪਾਰਖੂ ਹੈ ਨਾ, ਜੋ ਗੁਣਾਂ ਦੀ ਸਾਂਝ ਪਾਣਾ ਚਾਹੁੰਦਾ ਹੈ, ਉਹਦੇ ਅੱਗੇ ਇਹਨਾਂ ਚੀਜ਼ਾਂ ਨੂੰ ਖੋਲ, ਉਹਦੇ ਅੱਗੇ ਇਹਨਾਂ ਚੀਜ਼ਾਂ ਨੂੰ ਬਿਆਨ ਕਰ। ਯਾਨੀ ਬੰਦ ਨਾ ਰੱਖ, ਸਗੋਂ ਸਾਂਝ ਕਰੀ ਜਾਏ ਗੁਨਾਹ ਕੇਰੀ, ਛੋੜ ਅਵਗੁਣ ਚੱਲੀਏ। ਜਿੱਥੇ ਵੀ ਆਪਣੀ ਜ਼ਬਾਨ ਨੂੰ ਖੋਲਣੇ, ਤੇਰੀ ਜ਼ਬਾਨ ਦੇ ਵਿੱਚੋਂ ਗੁਣ ਨਿਕਲਣ। ਗੁਣਾਂ ਵਾਲੇ ਬੋਲ, ਪੋਜ਼ਿਟਿਵ ਬੋਲ, ਸਕਾਰਾਤਮਕ ਬੋਲ, ਲੋਕ ਭਲਾਈ ਦੇ ਬੋਲ, ਵਿਗਾਸਤਾ ਦੇ ਬੋਲ, ਵਿਕਾਸਤਾ ਦੇ ਬੋਲ, ਵਿਸ਼ਵ ਸ਼ਾਂਤੀ ਦੇ ਬੋਲ, ਇਨਸਾਨੀਅਤ ਵਾਲੇ ਬੋਲ। ਤੇ ਜਦੋਂ ਖੋਲੇਗਾ ਨਾ, ਕੋਈ ਆਏ ਮਿਲੇਗੋ ਗਾਹਕੀ। ਗਾਹਕੀ ਦਾ ਮਤਲਬ ਇਹਨਾਂ ਨੂੰ ਵਿਹਾਜਣ ਵਾਲਾ, ਖਰੀਦਣ ਵਾਲਾ। ਲੇਗੋ ਦਾ ਮਤਲਬ ਲੈ ਲਵੇਗਾ। ਮਹਿੰਗੇ ਮੋਲ ਦਾ ਮਤਲਬ ਤਗੜੀ ਕੀਮਤ ਦੇ ਕੇ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਕੋਈ ਗਾਹਕ ਤੈਨੂੰ ਆ ਮਿਲੇਗਾ ਔਰ ਤਗੜੀ ਕੀਮਤ ਦੇ ਕੇ ਇਹਨਾਂ ਗੁਣਾਂ ਨੂੰ ਉਹ ਖਰੀਦ ਲਵੇਗਾ। ਇਹ ਚੀਜ਼ ਸਮਝਣ ਵਾਲੀ ਹੈ ਕਿ ਜਦੋਂ ਵੀ ਅਸੀਂ ਗੁਣਾਂ ਨੂੰ ਖਰੀਦਣਾ ਚਾਹੁੰਦੇ ਹਾਂ ਨਾ, ਦੇਖੋ ਕੀ ਪਸ਼ੂ, ਕੀ ਮਨੁੱਖ, ਜੀਵ ਜੰਤ ਆਪਣੀ ਆਜ਼ਾਦੀ ਨਹੀਂ ਖੋਣਾ ਚਾਹੁੰਦੇ। ਆਪਣੀ ਆਜ਼ਾਦੀ ਹੱਥੋਂ ਦੇਣੀ ਇਹ ਹਰ ਇੱਕ ਵਾਸਤੇ ਬਹੁਤ ਵੱਡੀ ਕੁਰਬਾਨੀ ਹੈ ਕਿ ਕਿਸੇ ਬੰਦਸ਼ ਦੇ ਵਿੱਚ ਰਹਿਣਾ ਕੁਰਬਾਨੀ ਹੈ ਨਾ। ਤਾਂ ਹੁਣ ਜਦੋਂ ਅਸੀਂ ਗੁਣਾਂ ਦੇ ਧਾਰਨੀ ਹੋਣਾ ਹੈ, ਸਾਨੂੰ ਆਪ ਖੁਦਰਾਪਨ ਤੇ ਛੱਡਣਾ ਪੈਣਾ ਹੈ। ਇਹ ਜਿਹੜੇ ਗੁਣ ਨੇ, ਜੋ ਸ਼ਾਂਤੀ ਹੈ, ਵਿਗਾਸਤਾ ਹੈ, ਵਿਕਾਸਤਾ ਹੈ, ਇਹ ਪੈਸੇ ਦੇ ਨਾਲ ਨਹੀਂ ਮਿਲਣੀ। ਜੇ ਪੈਸੇ ਦੇ ਨਾਲ ਇਹ ਚੀਜ਼ਾਂ ਮਿਲਦੀਆਂ ਹੋਣ
ਤਾਂ ਕੋਈ ਵੀ ਅਮੀਰ ਬੰਦਾ ਕਦੇ ਦੁਖੀ ਔਰ ਅਸ਼ਾਂਤ ਨਾ ਹੋਵੇ। ਉਹਨਾਂ ਦੇ ਅੰਦਰ ਇਨਸਾਨੀਅਤ ਹੋਣੀ ਚਾਹੀਦੀ ਔਰ ਰੱਬ ਦੇ ਨਾਲ ਮਿਲੇ ਹੋਣੇ ਚਾਹੀਦੇ ਨੇ। ਤੇ ਜੇ ਪੈਸੇ ਦੀ ਅਣਹੋਂਦ ਵਿੱਚ ਇਹ ਚੀਜ਼ਾਂ ਨਾ ਮਿਲਦੀਆਂ ਹੋਣ ਤਾਂ ਜਿਹੜੇ ਆਰਥਿਕ ਤੌਰ ਤੇ ਗਰੀਬ ਲੋਕ ਨੇ ਉਹਨਾਂ ਕੋਲ ਤੇ ਗੁਣ ਹੋਣੇ ਹੀ ਨਹੀਂ ਚਾਹੀਦੇ। ਫਿਰ ਤਾਂ ਇੱਥੇ ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇੱਥੇ ਜਿਹੜੀ ਵੱਡੀ ਕੀਮਤ ਦੇਣੀ ਹੈ ਉਹ ਕੀ ਹੈ? ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਹੁਕਮ ਨੂੰ ਮੰਨਣਾ, ਤਨ ਮਨ ਧਨ ਸੌਂਪ ਦੇਣਾ, ਇਹ ਬਹੁਤ ਵੱਡੀ ਕੀਮਤ ਹੈ। ਤਨ ਮਨ ਧਨ ਸੌਂਪਣਾ ਕੀ ਹੈ, ਇਹ ਚੀਜ਼ ਸਮਝ ਲੈਣਾ ਥੋੜਾ ਜਿਹਾ। ਤਨ ਸੌਂਪਣ ਦਾ ਮਤਲਬ ਇਹ ਨਹੀਂ ਕਿ ਗੁਰੂ ਨੂੰ ਤਨ ਸੌਂਪ ਦਿੱਤਾ ਤੇ ਹੁਣ ਗੁਰਦੁਆਰਾ ਸਾਹਿਬ ਆਣ ਕੇ ਬਹਿ ਗਏ ਅਸੀਂ ਇੱਥੇ ਬੈਠੇ ਰਹਿਣਾ। ਧਨ ਸੌਂਪਣ ਦਾ ਮਤਲਬ ਇਹ ਨਹੀਂ ਕਿ ਆਪਣੀ ਪ੍ਰਾਪਰਟੀ ਅਸੀਂ ਕਿਸੇ ਧਰਮ ਸਥਾਨ ਦੇ ਨਾਲ ਲਵਾ ਦੇਣੀ ਹੈ। ਇਹ ਮਤਲਬ ਨਹੀਂ ਹੈ। ਤਨ ਮਨ ਧਨ ਸੌਂਪਣ ਦਾ ਮਤਲਬ ਹੈ ਕਿ ਤਨ ਦੇ ਨਾਲ ਉਹ ਕਰਮ ਕਰਨੇ ਨੇ ਜੋ ਰੱਬੀ ਰਜ਼ਾ ਦੇ ਵਿੱਚ ਪ੍ਰਵਾਨ ਨੇ, ਜੋ ਗੁਰੂ ਨੂੰ ਪ੍ਰਵਾਨ ਨੇ, ਜਿਹੜੇ ਆਪਾਂ 6 ਗੱਲਾਂ ਸਾਂਝੀਆਂ ਕੀਤੀਆਂ। ਧਨ ਗੁਰੂ ਨੂੰ ਸੌਂਪਣ ਦਾ ਮਤਲਬ ਹੈ ਕਿ ਧਨ ਦੀ ਸੁਚੱਜੀ ਵਰਤੋਂ ਕਰਨੀ ਹੈ। ਧਨ ਦੇ ਨਾਲ ਸ਼ਰਾਬਾਂ ਪੀਣੀਆਂ, ਨਸ਼ੇ ਵਰਤਨੇ, ਕਤਲ ਕਰਾਣੇ, ਰਿਸ਼ਵਤ ਲੈਣੀ ਦੇਣੀ ਜਾਂ 2 ਨੰਬਰ ਦੇ ਧੰਦੇ, ਇਹ ਨਹੀਂ ਕਰਨਾ। ਗੁਰਮਤ ਅਨੁਸਾਰ ਧਨ ਦੀ ਵਰਤੋਂ, ਕਮਾਈ, ਬਜਟ, ਸਾਰਾ ਕੁਝ। ਤੇ ਮਨ ਦਾ ਮਤਲਬ ਹੈ ਜੋ ਸਾਡੀ ਮਨ ਦੀ ਸੋਚ ਹੈ। ਮਨ ਦਾ ਆਪ ਖੁਦਰਾਪਨ ਤਿਆਗਣਾ ਔਰ ਰਜ਼ਾ ਦੇ ਵਿੱਚ ਰਹਿਣਾ, ਇਹਨੂੰ ਕਹਿੰਦੇ ਮਹਿੰਗਾ ਮੁੱਲ। ਵੀ ਜਦੋਂ ਕੋਈ ਗ੍ਰਾਹਕ ਮਿਲੇਗਾ, ਕਦਰਦਾਨ ਮਿਲੇਗਾ, ਤਾਂ ਉਹ ਕਦਰਦਾਨ ਇਹ ਮਹਿੰਗੀ ਕੀਮਤ ਦੇ ਕੇ ਇਹਨਾਂ ਗੁਣਾਂ ਦਾ ਧਾਰਨੀ ਹੋ ਜਾਏਗਾ। ਉਹ ਆਪਣੇ ਆਪ ਖੁਦਰੇਪਨ ਨੂੰ ਛੱਡ ਦੇਵੇਗਾ, ਆਪਣੇ ਮਨ ਦੀ ਮੱਤ ਨੂੰ ਛੱਡ ਦੇਵੇਗਾ। ਤਾਂ ਸਾਨੂੰ ਇਥੋਂ ਜੀਣ ਵਾਸਤੇ ਕੀ ਮਿਲ ਰਿਹਾ ਹੈ? ਜ਼ਿੰਦਗੀ ਜੀਣ ਲਈ ਸਾਨੂੰ ਇਥੋਂ ਜ਼ਿੰਦਗੀ ਜੀਣ ਵਾਸਤੇ ਇਹ ਮਿਲ ਰਿਹਾ ਹੈ ਕਿ ਜੋ ਰੱਬੀ ਗੁਣ ਨੇ ਉਹ ਬਹੁਤ ਕੀਮਤੀ ਨੇ। ਉਹ ਕੀਮਤੀ ਰਤਨ ਸਾਡੇ ਸਾਰਿਆਂ ਦੇ ਅੰਦਰ ਮੌਜੂਦ ਨੇ। ਕੋਈ ਵੀ ਦੁਨੀਆ ਦਾ ਐਸਾ ਇਨਸਾਨ ਨਹੀਂ ਜਿਹਦੇ ਵਿੱਚ ਗੁਣ ਨਾ ਹੋਣ। ਪਰ ਇਹ ਗੱਲ ਵੱਖਰੀ ਹੈ ਕਿ ਕੋਈ ਉਹਨਾਂ ਦੀ ਵਰਤੋਂ ਕਰਦਾ ਹੈ ਜਾਂ ਨਹੀਂ ਕਰਦਾ। ਤਾਂ ਅਸੀਂ ਉਹਨਾਂ ਗੁਣਾਂ ਦੀ ਵਰਤੋਂ ਕਰਨੀ ਹੈ, ਜ਼ਬਾਨ ਕਰਕੇ, ਮਨ ਕਰਕੇ, ਬਚਨਾ ਕਰਕੇ, ਸਾਂਝ ਪਾਣੀ ਹੈ। ਤੇ ਜਿਹੜਾ ਪਾਰਖੂ ਬੰਦਾ ਹੈ, ਜਿਹੜਾ ਗ੍ਰਾਹਕ ਹੈ, ਜੋ ਚਾਹਤ ਰੱਖਣ ਵਾਲਾ ਹੈ, ਉਹ ਫਿਰ ਆਪਣੀ ਮਹਿੰਗੀ ਕੀਮਤ ਦੇ ਕੇ, ਵਿਕਾਰਾਂ ਨੂੰ ਛੱਡ ਕੇ, ਆਪਣੇ ਮਨ ਦੀ ਮੱਤ ਨੂੰ ਛੱਡ ਕੇ ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰ ਲਵੇਗਾ। ਯਾਨੀ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਅੰਦਰ ਸ਼ੁਭ ਗੁਣ ਆਉਣ, ਇਨਸਾਨੀਅਤ ਆਉਣ, ਤਾਂ ਉਹਦੇ ਵਾਸਤੇ ਸਾਨੂੰ ਮਹਿੰਗੀ ਕੀਮਤ ਦੇਣੀ ਪਵੇਗੀ। ਤਨ ਮਨ ਧਨ ਸਭ ਸੌਂਪ ਗੁਰ ਕੋ, ਯਾਨੀ ਹੁਕਮ ਰਜ਼ਾ ਦੇ ਵਿੱਚ ਚੱਲਣਾ ਪਵੇਗਾ। ਫਿਰ ਸਾਡੀ ਜ਼ਿੰਦਗੀ ਦੇ ਅੰਦਰ ਇਹ ਸ਼ੁਭ ਗੁਣ ਆ ਜਾਣਗੇ। ਸਾਨੂੰ ਇਥੋਂ ਜੀਣ ਵਾਸਤੇ ਇਹ ਦਾਤ ਮਿਲਦੀ ਹੈ। ਕਬੀਰ RAM ਨਾਮ ਜਾਣਿਓ ਨਹੀਂ, ਪਾਲਿਓ ਕਟਕ ਕੁਟੰਬ, ਧੰਦੇ ਹੀ ਮਹਿ ਮਰ ਗਇਓ, ਬਾਹਰ ਪਈ ਨਾ ਬੰਬ। ਜਾਣਿਓ ਨਹੀਂ ਦਾ ਮਤਲਬ ਜਿਸ ਨੇ ਕਦਰ ਨਹੀਂ ਜਾਣੀ। ਰਾਮ ਨਾਮ ਜਾਣਿਓ ਨਹੀਂ, ਰਾਮ ਨਾਮ ਦਾ ਮਤਲਬ, ਨਾਮ ਦਾ ਮਤਲਬ ਰੱਬੀ ਹੁਕਮ। ਨਾਮ ਦਾ ਮਤਲਬ ਹੁਕਮ। ਜਿਵੇਂ ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਯਾਨੀ ਹੁਕਮ ਦੇ ਆਸਰੇ ਹੈ ਨਾ ਸਾਰਾ ਸੰਸਾਰ। ਨਾਮ ਦਾ ਮਤਲਬ ਹੁਕਮ। ਰਾਮ ਨਾਮ ਜਾਣਿਓ ਨਹੀਂ ਜਿਸ ਨੇ ਰੱਬੀ ਹੁਕਮ ਨੂੰ ਨਹੀਂ ਜਾਣਿਆ, ਨਿਯਮਾਵਲੀ, ਲਾ ਆਫ ਨੇਚਰ, ਔਰ ਉਹਦੀ ਪਾਲਣਾ ਨਹੀਂ ਕੀਤੀ, ਸ਼ੁਭ ਗੁਣਾਂ ਦਾ ਧਾਰਨੀ ਨਹੀਂ ਹੋਇਆ। ਪਾਲਿਓ ਕਟਕ ਕੁਟੰਬ, ਕਟਕ ਕੁਟੰਬ ਦਾ ਮਤਲਬ ਬਹੁਤ ਸਾਰਾ ਟੱਬਰ। ਕਟਕ ਦਾ ਮਤਲਬ ਫੌਜ, ਕਟਕ ਕੁਟੰਬ ਦਾ ਮਤਲਬ ਬੜਾ ਵੱਡਾ ਟੱਬਰ। ਤੇ ਸਾਰੀ ਜ਼ਿੰਦਗੀ ਟੱਬਰ ਨੂੰ ਹੀ ਪਾਲਦਾ ਰਿਹਾ, ਰੱਬੀ ਗੁਣਾਂ ਨੂੰ ਨਹੀਂ ਜਾਣਿਆ, ਰੱਬੀ ਰਜ਼ਾ ਦੀ ਕੀਮਤ ਨਹੀਂ ਸਮਝੀ, ਕਦਰ ਨਹੀਂ ਸਮਝੀ, ਔਰ ਸਾਰੀ ਜ਼ਿੰਦਗੀ ਵੱਡਾ ਟੱਬਰ ਪਾਲਦਾ ਰਿਹਾ। ਹੁਣ ਇੱਥੋਂ ਨਾ ਸਾਡੇ ਅੰਦਰ ਕਨਫਿਊਜ਼ਨ ਪੈਦਾ ਹੋ ਸਕਦੀ ਹੈ ਕਿ ਕੀ ਟੱਬਰ ਨੂੰ ਪਾਲਣਾ ਗਲਤ ਹੈ ਜਾਂ ਅਸੀਂ ਟੱਬਰ ਨੂੰ ਛੱਡ ਦਈਏ। ਨਾ, ਬਿਲਕੁਲ ਐਸਾ ਨਹੀਂ ਹੈ। ਗੱਲ ਪਹਿਲੀ ਜਿਹੜੀ ਅੱਧੀ ਪੰਕਤੀ ਹੈ ਉਹਨੂੰ ਸਮਝਣ ਦੀ, ਰਾਮ ਨਾਮ ਜਾਣਿਓ ਨਹੀਂ, ਯਾਨੀ ਜੋ ਰੱਬੀ ਹੁਕਮ ਹੈ, ਰੱਬੀ ਗੁਣ ਨੇ, ਸੱਚਾਈ ਹੈ, ਉਹਨਾਂ ਨਾਲੋਂ ਆਪਣਾ ਨਾਤਾ ਤੋੜ ਲੈਣਾ, ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਗੋਲ ਨਾ ਬਣਾਉਣਾ, ਸੱਚ ਨੂੰ ਬਿਲਕੁਲ ਪਾਸੇ ਕਰ ਦੇਣਾ, ਤੇ ਪਰਿਵਾਰ ਨੂੰ ਪਾਲਣਾ 2 ਨੰਬਰ ਦੇ ਧੰਦੇ ਕਰਕੇ। ਬਹੁ ਪਰਪੰਚ ਕਰ ਪਰ ਤਨ ਲਿਆਵੇ, ਸੁਤਦਾਰਾ ਪੈ ਆਨ ਲੁਟਾਵੇ। ਆਪਣੀ ਇੱਜ਼ਤ ਬਣਾਉਣ ਵਾਸਤੇ ਦੂਜਿਆਂ ਦੀ ਬੇਇੱਜ਼ਤੀ ਕਰਨੀ, ਆਪਣੇ ਵਸੇਬੇ ਵਾਸਤੇ ਦੂਜਿਆਂ ਦੇ ਘਰ ਉਜਾੜਨੇ,
ਆਪਣੀਆਂ ਖੁਸ਼ੀਆਂ ਵਾਸਤੇ ਦੂਜਿਆਂ ਨੂੰ ਦੁੱਖਾਂ ਦੇ ਸਾਗਰ ਦੇ ਵਿੱਚ ਧਕੇਲਣਾ, ਇਸ ਚੀਜ਼ ਦੀ ਗੱਲ ਹੋ ਰਹੀ ਹੈ। ਜਦੋਂ ਬੰਦਾ ਸੱਚ ਨਾਲੋਂ ਟੁੱਟ ਜਾਂਦਾ ਹੈ, ਸੱਚ ਨੂੰ ਆਪਣੀ ਜ਼ਿੰਦਗੀ ਦਾ ਗੋਲ ਨਹੀਂ ਬਣਾਉਂਦਾ, ਤਾਂ ਉਹਦੇ ਅੰਦਰ ਸਾਰੇ ਪਾਪ ਵਿਕਾਰ ਆ ਜਾਂਦੇ ਨੇ, ਤੇ ਪਾਪ ਵਿਕਾਰ ਕਰਕੇ ਹੀ ਫਿਰ ਉਹ ਆਪਣੇ ਕੇਵਲ ਪਰਿਵਾਰ ਨੂੰ ਪਾਲਦਾ ਹੈ, ਤਾਂ ਉਹ ਗਲਤ ਹੈ। ਕਬੀਰ ਰਾਮ ਨਾਮ ਜਾਣਿਓ ਨਹੀਂ, ਪਾਲਿਓ ਕਟਕ ਕੁਟੰਬ। ਜਿਸਨੇ ਰਮੇ ਹੋਏ ਪ੍ਰਭੂ ਦੇ ਹੁਕਮ ਨੂੰ ਫੋਲੋ ਨਹੀਂ ਕੀਤਾ, ਜੋ ਰੱਬੀ ਗੁਣਾਂ ਦਾ ਧਾਰਨੀ ਨਹੀਂ ਹੋਇਆ, ਰੱਬੀ ਹੁਕਮ ਔਰ ਰੱਬੀ ਗੁਣਾਂ ਨੂੰ ਛੱਡ ਕੇ ਜੋ ਕੇਵਲ ਪਰਿਵਾਰ ਨੂੰ ਹੀ ਪਾਲਦਾ ਰਿਹਾ, ਸਾਡਾ ਪਰਿਵਾਰ ਗਿਆਨ ਇੰਦਰੀਆਂ ਵੀ ਨੇ, ਇਹਨਾਂ ਦੇ ਰਸਾਂ ਕਸਾਂ ਦੇ ਵਿੱਚ ਹੀ ਪਿਆ ਰਿਹਾ। ਹੋਇਆ ਕੀ, ਉਹਦਾ ਰਿਜ਼ਲਟ ਕੀ ਨਿਕਲਿਆ? ਧੰਦੇ ਹੀ ਮਹਿ ਮਰ ਗਇਓ। ਮਰ ਗਇਓ ਦਾ ਮਤਲਬ ਆਤਮਕ ਮੌਤ ਸਹੇੜ ਲਈ। ਬਾਹਰ ਪਈ ਨਾ ਬੰਬ, ਬਾਹਰ ਦਾ ਮਤਲਬ ਧੰਦਿਆਂ ਤੋਂ ਬਾਹਰ, ਧੰਦਿਆਂ ਤੋਂ ਵਿਹਲਾ ਹੋ ਕੇ। ਬੰਬ ਦਾ ਮਤਲਬ ਆਵਾਜ਼, ਖਬਰ। ਬਾਹਰ ਪਈ ਨਾ ਬੰਬ ਦਾ ਮਤਲਬ ਧੰਦਿਆਂ ਤੋਂ ਨਿਕਲ ਕੇ ਕਦੇ ਉਹਦੇ ਮੂੰਹੋਂ ਰੱਬੀ ਗੁਣਾਂ ਦੀ ਆਵਾਜ਼ ਹੀ ਨਹੀਂ ਨਿਕਲੀ। ਉਹਦੇ ਮੂੰਹ ਚੋਂ ਕਦੇ ਬਾਹਰ ਆਵਾਜ਼ ਹੀ ਨਹੀਂ ਆਈ ਰੱਬੀ ਗੁਣਾਂ ਦੀ, ਕਿ ਰੱਬ ਦੇ ਗੁਣ ਵੀ ਕੁਛ ਹੁੰਦੇ ਨੇ, ਰਜਾ ਵੀ ਕੁਛ ਹੁੰਦੀ ਹੈ, ਇਨਸਾਨੀਅਤ ਵੀ ਕੁਛ ਹੁੰਦੀ ਹੈ। ਉਹਦੇ ਜ਼ਬਾਨ ਦੇ ਵਿੱਚੋਂ ਕਦੇ ਚੰਗੀ ਗੱਲ ਹੀ ਨਹੀਂ ਨਿਕਲੀ, ਸ਼ੁਭ ਗੁਣਾਂ ਦੀ ਗੱਲ ਹੀ ਨਹੀਂ ਨਿਕਲੀ। ਤੇ ਹੋਇਆ ਕੀ, ਰਿਜ਼ਲਟ ਕੀ ਨਿਕਲਿਆ? ਧੰਦੇ ਹੀ ਮੈਂ ਮਰ ਗਏ। ਉਹ ਇਹਨਾਂ ਕਜੀਆਂ ਦੇ ਅੰਦਰ, ਧੰਦਿਆਂ ਦੇ ਅੰਦਰ ਹੀ ਆਤਮਕ ਮੌਤ ਉਹਨੇ ਸਹੇੜ ਲਈ। ਦੇਖੋ, ਕੰਮ ਔਰ ਧੰਦੇ ਵਿੱਚ ਫਰਕ ਹੈ, ਇਹ ਆਪਾਂ ਕਈ ਵਾਰ ਵਿਚਾਰ ਚੁੱਕੇ ਹਾਂ। ਜਦੋਂ ਕੋਈ ਬੰਦਾ ਸੱਚ ਨੂੰ ਬੇਸ ਬਣਾ ਕੇ ਕੰਮ ਕਰਦਾ ਨਾ, ਜ਼ਿੰਦਗੀ ਜੀਂਦਾ ਹੈ, ਚਾਹੇ ਉਹਦੀ ਦੁਕਾਨਦਾਰੀ ਹੈ ਜਾਂ ਵਪਾਰ ਹੈ ਜਾਂ ਖੇਤੀ ਹੈ ਜਾਂ ਨੌਕਰੀ ਪੇਸ਼ਾ ਹੈ ਜਾਂ ਕੋਈ ਵੀ ਉਹਦੀ ਜੌਬ ਹੈ, ਜਦੋਂ ਬੰਦਾ ਸੱਚ ਨੂੰ ਬੇਸ ਬਣਾ ਕੇ ਕੰਮ ਕਰਦਾ ਹੈ, ਤਾਂ ਉਹ ਕੰਮ ਕਿਰਤ ਬਣ ਜਾਂਦੀ ਹੈ, ਉਹ ਕੰਮ ਭਗਤੀ ਬਣ ਜਾਂਦਾ ਹੈ। ਲੇਕਿਨ ਜਦੋਂ ਬੰਦਾ ਸੱਚ ਨੂੰ ਛੱਡ ਕੇ ਝੂਠ ਨੂੰ ਬੇਸ ਬਣਾ ਕੇ ਕੰਮ ਕਰਦਾ ਹੈ, ਉਹ ਕੰਮ ਧੰਦੇ ਔਰ ਜੰਜਾਲ ਬਣ ਜਾਂਦੇ ਨੇ, ਉਹ ਬੰਦੇ ਦੀ ਆਤਮਿਕ ਮੌਤ ਦਾ ਕਾਰਨ ਬਣਦੇ ਨੇ। ਇਸ ਲਈ ਕੰਮ ਅਸੀਂ ਕਿਸ ਨੂੰ ਕਹਿ ਸਕਦੇ ਹਾਂ? ਜੋ ਵੀ ਅਸੀਂ ਕੰਮ ਕਰਨ ਲੱਗੇ ਹਾਂ, ਉਹਦੇ ਵਾਸਤੇ ਦੋ ਤਿੰਨ ਗੱਲਾਂ ਸੋਚਣੀਆਂ ਚਾਹੀਦੀਆਂ ਨੇ। ਮੰਨ ਲਓ ਮੈਨੂੰ ਕਿਸੇ ਨੇ ਕੰਮ ਕਿਹਾ ਕਿ ਵੀਰੇ ਇਹ ਕੰਮ ਕਰਨਾ ਹੈ, ਤਾਂ ਉਹ ਕੰਮ ਕਰਨ ਤੋਂ ਪਹਿਲਾਂ ਮੈਨੂੰ ਸੋਚਣਾ ਚਾਹੀਦਾ ਹੈ ਵੀ ਇਹ ਕੰਮ ਕਰਨ ਨਾਲ ਮੇਰਾ ਕੋਈ ਨੁਕਸਾਨ ਤੇ ਨਹੀਂ ਹੋਏਗਾ। ਜੇ ਮੇਰਾ ਨੁਕਸਾਨ ਹੁੰਦਾ ਹੈ ਤਾਂ ਮੈਨੂੰ ਨਹੀਂ ਕਰਨਾ ਚਾਹੀਦਾ। ਦੂਜੀ, ਮੈਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਜਿਸ ਨੇ ਮੈਨੂੰ ਕੰਮ ਕਿਹਾ ਹੈ, ਜੇ ਮੈਂ ਇਹ ਕੰਮ ਕਰਾਂ ਤਾਂ ਇਹਦੇ ਨਾਲ ਇਸ ਬੰਦੇ ਦਾ ਨੁਕਸਾਨ ਤੇ ਨਹੀਂ ਹੋਏਗਾ। ਜੇ ਉਹਦਾ ਨੁਕਸਾਨ ਹੁੰਦਾ ਹੈ ਤਾਂ ਉਹ ਕੰਮ ਨਹੀਂ ਕਰਨਾ ਚਾਹੀਦਾ। ਤੀਜੀ ਗੱਲ ਮੈਨੂੰ ਇਹ ਸੋਚਣੀ ਚਾਹੀਦੀ ਹੈ ਕਿ ਜਿਹਦੇ ਵਾਸਤੇ ਮੈਂ ਕੰਮ ਕਰਨ ਲੱਗਾ, ਮੇਰਾ ਵੀ ਨੁਕਸਾਨ ਨਹੀਂ, ਉਹਦਾ ਵੀ ਨੁਕਸਾਨ ਨਹੀਂ, ਪਰ ਇਹ ਕੰਮ ਕਰਨ ਨਾਲ ਹੋਰ 4 ਬੰਦਿਆਂ ਦਾ ਨੁਕਸਾਨ ਹੋ ਜਾਣਾ, ਤਾਂ ਫਿਰ ਵੀ ਮੈਨੂੰ ਉਹ ਕੰਮ ਨਹੀਂ ਕਰਨਾ ਚਾਹੀਦਾ। ਕੰਮ ਅਸੀਂ ਉਹਨੂੰ ਕਹਿ ਸਕਦੇ ਹਾਂ ਜਿਹਦੇ ਨਾਲ ਮੇਰਾ ਵੀ ਨੁਕਸਾਨ ਨਹੀਂ, ਜਿਹਦੇ ਵਾਸਤੇ ਮੈਂ ਕੰਮ ਕਰਨ ਲੱਗਾ ਉਹਦਾ ਵੀ ਨੁਕਸਾਨ ਨਹੀਂ, ਤੇ ਉਹ ਕੰਮ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਨੁਕਸਾਨ ਨਹੀਂ, ਉਹ ਤੇ ਹੋ ਗਿਆ ਕੰਮ। ਤੇ ਜਿਹਦੇ ਨਾਲ ਮੇਰਾ ਵੀ ਨੁਕਸਾਨ, ਦੂਜੇ ਦਾ ਵੀ ਨੁਕਸਾਨ, ਸਮਾਜ ਦਾ ਵੀ ਨੁਕਸਾਨ, ਉਹ ਹੋ ਗਿਆ ਧੰਦਾ, ਉਹ ਹੋ ਗਿਆ ਕਜੀਆ, ਉਹ ਹੋ ਗਿਆ ਚੜ੍ਹਮ, ਜਿਹਨੂੰ ਅਸੀਂ ਕਹਿੰਦੇ ਕੰਮ ਚੜ੍ਹਮ। ਤਾਂ ਧੰਦੇ ਹੀ ਮੈਂ ਮਰ ਗਇਓ। ਸੱਚ ਨੂੰ ਤਿਆਗ ਕੇ 2 ਨੰਬਰ ਦੇ ਕੰਮ ਕਰਦਾ ਹੋਇਆ ਹੀ ਆਤਮਕ ਮੌਤ ਤੇ ਮਰ ਗਿਆ। ਬਾਹਰ ਪਈ ਨਾ ਬੰਬ, ਉਹਦੇ ਜ਼ਬਾਨ ਦੇ ਵਿੱਚੋਂ ਬਾਹਰ ਕਿਤੇ ਸ਼ੁਭ ਗੁਣਾਂ ਦੀ ਕਦੇ ਗੱਲ ਵੀ ਨਾ ਨਿਕਲੀ, ਤਾਂ ਐਸੇ ਬੰਦੇ ਦਾ ਜੀਵਨ ਬੇਕਾਰ ਹੈ। ਇਸ ਲਈ ਸਾਨੂੰ ਇਥੋਂ ਜ਼ਿੰਦਗੀ ਜੀਣ ਲਈ ਕੀ ਮਿਲ ਰਿਹਾ ਹੈ ਕਿ ਅਸੀਂ ਆਪਣੇ ਪਰਿਵਾਰ ਨੂੰ ਪਾਲਣਾ ਹੈ, ਆਪਣੀ ਜ਼ਿੰਦਗੀ ਦਾ ਨਿਰਵਾਹ ਕਰਨਾ ਹੈ, ਸਮਾਜ ਦੇ ਵਿੱਚ ਵਿਚਰਨਾ ਹੈ, ਕਾਰਜ ਕਰਨੇ ਨੇ, ਆਪਣੀਆਂ ਜ਼ਿੰਮੇਵਾਰੀਆਂ, ਆਪਣੇ ਫਰਜ਼ ਨਿਭਾਣੇ ਨੇ, ਲੇਕਿਨ ਗੁਣਾਂ ਦੇ ਧਾਰਨੀ ਹੋ ਕੇ, ਰਜਾ ਦੇ ਵਿੱਚ ਰਹਿ ਕੇ, ਕੁਦਰਤ ਦੀ ਨਿਯਮਾਵਲੀ ਦੇ ਅੰਦਰ ਰਹਿ ਕੇ, ਫਿਰ ਸਾਡਾ ਇਹ ਜੀਵਨ ਸਫਲਾ ਹੋਏਗਾ। ਤੇ ਜੇ ਅਸੀਂ ਰੱਬੀ ਰਜ਼ਾ ਯਾਨੀ ਲਾ ਆਫ ਨੇਚਰ ਔਰ ਸ਼ੁਭ ਗੁਣ, ਸੱਚਾਈ ਨੂੰ ਛੱਡ ਕੇ ਜੀਵਾਂਗੇ, ਤਾਂ ਫਿਰ ਸਾਡਾ ਸਾਰਾ ਜੀਵਨ ਇੱਕ ਜੰਜਾਲ ਬਣ ਜਾਏਗਾ। ਅਸੀਂ ਆਤਮਕ ਮੌਤੇ ਮਰ ਜਾਵਾਂਗੇ ਔਰ ਸਾਡੀ ਜ਼ਬਾਨ ਚੋਂ ਕਦੇ ਸ਼ੁਭ ਗੁਣਾਂ ਦੀ ਗੱਲ ਵੀ ਨਹੀਂ ਨਿਕਲੇਗੀ। ਇਹ ਜੀਵਨ ਬੇਕਾਰ ਹੋ ਜਾਏਗਾ। ਇਸ ਲਈ ਅਸੀਂ ਰਜ਼ਾ ਦੇ ਵਿੱਚ ਰਹਿਣਾ ਹੈ, ਸ਼ੁਭ ਗੁਣਾਂ ਦੇ ਧਾਰਨੀ ਹੋਣਾ ਹੈ, ਸ਼ੁਭ ਗੁਣਾਂ ਦੇ ਧਾਰਨੀ ਹੋ ਕੇ ਸ਼ੁਭ ਗੁਣਾਂ ਦੀ ਗੱਲ ਕਰਦੇ ਹਾਂ, ਸ਼ੁਭ ਗੁਣਾਂ ਨੂੰ ਅਪਣਾਉਂਦੇ ਹਾਂ, ਆਪਣੇ ਫਰਜ਼ਾਂ ਨੂੰ ਪੂਰਿਆ ਕਰਨਾ ਹੈ। ਅਗਲਾ ਬਚਨ ਕਰਦੇ ਨੇ,
कबीर आखी केरे माटुके, पल पल गई बिहाए, मन जंजाल ना छोड़ई, जम दिया दमामा आए। माटके, माटके ਦਾ ਮਤਲਬ ਮਟਕਾ, ਅੱਖ ਝਮਕਣ ਜਿਹਾ ਜਿਹੜਾ ਸਮਾਂ ਹੈ। ਤੇਰੇ ਦਾ ਮਤਲਬ ਦੇ, ਪਲ ਪਲ ਦਾ ਮਤਲਬ ਹਰ ਪਲ, ਗਈ ਬਿਹਾਏ ਦਾ ਮਤਲਬ ਉਮਰ ਬੀਤ ਜਾਂਦੀ ਹੈ। ਕਬੀਰ ਜੀ ਕਹਿੰਦੇ ਨੇ ਕਿ ਜਿਹੜਾ ਬੰਦਾ ਸੱਚ ਨੂੰ ਛੱਡ ਦਿੱਤਾ, ਗੁਣਾਂ ਨੂੰ ਛੱਡ ਦਿੱਤਾ, ਤੇ ਅੱਖ ਝਮਕਣ ਦੇ ਸਮੇਂ ਵਿੱਚ ਪਲ ਪਲ ਕਰਕੇ, ਥੋੜੀ ਥੋੜੇ ਪਲ ਪਲ ਕਰਕੇ ਸਾਰੀ ਜ਼ਿੰਦਗੀ ਬੰਦੇ ਦੀ ਵਿਕਾਰਾਂ ਵਿੱਚ ਹੀ ਬੀਤ ਗਈ। ਉਹ ਬੰਦੇ ਦਾ ਬਦਨਸੀਬ ਦਾ ਹਾਲ ਵੇਖੋ, ਜਿਸ ਨੇ ਗੁਣਾਂ ਦੀ ਕੀਮਤ ਨਹੀਂ ਜਾਣੀ, ਸਾਰੀ ਉਮਰ 2 ਨੰਬਰ ਦੇ ਧੰਦੇ ਹੀ ਕਰਦਾ ਰਿਹਾ, ਕਦੇ ਵੀ ਰੱਬੀ ਰਜ਼ਾ ਵਿੱਚ ਨਹੀਂ ਤੁਰਿਆ, ਤਾਂ ਥੋੜੀ ਥੋੜੀ ਕਰਕੇ ਬੇਮਲੂਮੇ ਹੀ ਉਮਰ ਅੱਖਾਂ ਦੇ ਝਮਕਣ ਜਿਤਨੇ ਸਮੇਂ ਦੇ ਵਿੱਚ ਪਲ ਪਲ ਕਰਕੇ ਬੀਤ ਗਈ, ਪਲ ਪਲ ਕਰਕੇ ਬੀਤ ਗਈ, ਇੱਕ ਇੱਕ ਸਵਾਸ ਕਰਕੇ ਬੀਤ ਗਈ। ਅਸੀਂ ਜਨਮ ਲਿਆ, ਨਿੱਕੇ ਬੱਚੇ ਸਾਂ, ਤਾਂ ਪਲ ਪਲ ਕਰਕੇ ਕਦੋਂ ਬਚਪਨ ਸਾਡਾ ਖਤਮ ਹੋ ਗਿਆ, ਜਵਾਨੀ ਆ ਗਈ, ਪਤਾ ਵੀ ਨਹੀਂ ਲੱਗਾ। ਤੇ ਪਲ ਪਲ ਕਰਕੇ ਜਵਾਨੀ ਬੀਤ ਗਈ। ਕਿਸੇ ਦਿਨ ਕਿਸੇ ਨੇ ਕਿਹਾ ਅੰਕਲ ਜੀ ਕੀ ਹਾਲ ਹੈ, ਜਾਂ ਅੰਕਲ ਜੀ ਮੈਂ ਇੱਧਰ ਜਾਣਾ ਸੀ ਰਾਹ ਵੱਲ, ਤੇ ਅਸੀਂ ਫਿਰ ਆਪਣੇ ਵੱਲ ਦੇਖਦੇ ਹਾਂ, ਯਾਰ ਮੈਂ ਅੰਕਲ, ਇੰਝ ਲੱਗਦਾ ਜਿਵੇਂ ਕਿਸੇ ਨੇ ਕੁਛ ਸੜਦਾ ਬਲਦਾ ਪਾਣੀ ਪਾ ਦਿੱਤਾ ਹੋਵੇ। ਪਰ ਜਦੋਂ ਫਿਰ ਅਸੀਂ ਦੇਖਦੇ ਹਾਂ, ਯਾਰ ਗੱਲ ਤੇਰੀ ਠੀਕ ਹੈ, ਬੱਚਾ ਮੈਂ ਵੱਡਾ ਅੰਕਲ ਤਾਂ ਮੈਂ ਹੋ ਗਿਆ, ਪਤਾ ਵੀ ਨਹੀਂ ਲੱਗਾ ਬੱਚੇ ਤੋਂ ਅੰਕਲ ਕਦੋਂ ਬਣ ਗਏ। ਤੇ ਫਿਰ ਇੱਕ ਦਿਨ ਰਾਹ ਜਾਂਦਿਆਂ ਕਿਸੇ ਨੇ ਰਾਹ ਰੋਕ ਕੇ ਕਿਹਾ ਬਾਪੂ ਜੀ ਮੈਂ ਜਾਣਾ ਸੀ ਤੇ ਮੈਨੂੰ ਜਰਾ ਰਾਹ ਦੱਸੋਗੇ। ਤੇ ਜਦੋਂ ਉਹਨੇ ਬਾਪੂ ਕਿਹਾ ਤੇ ਫਿਰ ਇੱਕ ਇੰਝ ਜਿਵੇਂ ਕਿ ਉਹਨੇ ਸੀਤ ਪਾਣੀ ਪਾ ਦਿੱਤਾ ਹੋਵੇ ਵੀ ਮੈਂ ਬਾਪੂ। ਫਿਰ ਜਦੋਂ ਉਸ ਬੱਚੇ ਵੱਲ ਵੇਖਦੇ ਆ, ਆਪਣੀ ਚਿੱਟੀ ਦਾੜੀ ਕਾਲੇ ਚਿੱਟੇ ਵਾਲ ਵੇਖਦੇ ਤੇ ਫਿਰ ਪਤਾ ਤੇ ਲੱਗਦਾ ਯਾਰ ਬਾਪੂ ਤੇ ਬਣ ਗਿਆ। ਬਚਪਨ ਚੋਂ ਜਵਾਨੀ ਤੇ ਜਵਾਨੀ ਚੋਂ ਬੁਢੇਪੇ ਵਿੱਚ ਕਦੋਂ ਆ ਗਏ ਪਤਾ ਵੀ ਨਹੀਂ ਲੱਗਿਆ। ਕਬੀਰ ਜੀ ਕਹਿੰਦੇ ਨੇ ਇਸ ਤਰ੍ਹਾਂ ਪਲ ਪਲ ਕਰਕੇ ਸਾਰੀ ਜ਼ਿੰਦਗੀ ਬੀਤ ਗਈ ਵਿਕਾਰਾਂ ਵਿੱਚ, ਪਰ ਹਾਲੇ ਵੀ ਮਨ ਜੰਜਾਲ ਨਾ ਛੋੜਈ। ਮਨ ਨੇ ਹਾਲੇ ਵੀ ਜੰਜਾਲ ਨਹੀਂ ਛੱਡੇ। ਜੰਜਾਲ ਦਾ ਮਤਲਬ ਝੂਠ ਨੂੰ ਬੇਸ ਬਣਾ ਕੇ ਕੰਮ ਕਰਨ ਵਾਲੀ ਬਿਰਤੀ, 2 ਨੰਬਰ ਦੇ ਧੰਦੇ, ਪਾਪ ਔਰ ਅਪਰਾਧ। ਜਮ ਦਿਆ ਦਮਾਮਾ ਆਏ, ਆਤਮਕ ਮੌਤ ਨੇ ਆਣ ਕੇ ਢੋਲ ਵਜਾ ਦਿੱਤਾ, ਨਗਾਰਾ ਵਜਾ ਦਿੱਤਾ, ਯਾਨੀ ਬੰਦਾ ਆਤਮਕ ਮੌਤ ਤੇ ਮਰ ਗਿਆ। ਪਲ ਪਲ ਕਰਕੇ ਬੰਦਾ ਆਤਮਕ ਮੌਤ ਤੇ ਮਰ ਰਿਹਾ ਹੈ। ਪਲ ਪਲ ਕਰਕੇ ਹਰ ਪਲ ਬੰਦਾ ਮਰ ਰਿਹਾ ਹੈ। ਸਾਰੇ ਨਹੀਂ, ਜੋ ਸੱਚ ਨਾਲੋਂ ਟੁੱਟੇ ਨੇ, ਜੋ ਸ਼ੁਭ ਗੁਣਾਂ ਨਾਲੋਂ ਟੁੱਟੇ ਨੇ। ਜਦੋਂ ਬੰਦਾ ਸ਼ੁਭ ਗੁਣਾਂ ਨਾਲੋਂ ਟੁੱਟਦਾ ਉਦੋਂ ਇਨਸਾਨੀਅਤ ਮਰਦੀ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਜਾਂ ਮਰਣੰ ਵਿਸਰਣੰ ਗੋਬਿੰਦੈ, ਜੀਵਨੰ ਹਰ ਨਾਮ ਧਿਆਵਨੈ, ਜਾਂ ਆਖਾਂ ਜੀਵਾਂ ਵਿਸਰੇ ਮਰ ਜਾਉ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਅਸਲ ਇਨਸਾਨੀਅਤ ਵਾਲੀ ਜ਼ਿੰਦਗੀ ਉਹ ਜੀ ਰਿਹਾ ਜਿਹਦੇ ਮਨ ਦੇ ਅੰਦਰ ਸ਼ੁਭ ਗੁਣ ਵਸ ਗਏ ਨੇ। ਲੇਕਿਨ ਜਦੋਂ ਸ਼ੁਭ ਗੁਣਾਂ ਦੇ ਨਾਲੋਂ ਬੰਦਾ ਟੁੱਟ ਜਾਂਦਾ ਹੈ, ਬੰਦਾ ਜੰਜਾਲਾਂ ਵਿੱਚ 2 ਨੰਬਰ ਦੇ ਧੰਦਿਆਂ ਵਿੱਚ ਪਿਆ ਰਹਿੰਦਾ ਹੈ, ਤਾਂ ਇਹਦੀ ਆਤਮਕ ਮੌਤ ਹੋ ਜਾਂਦੀ ਹੈ। ਔਰ ਇਸੇ ਤਰ੍ਹਾਂ ਆਤਮਕ ਮੌਤ ਸਹਿੜ ਕੇ ਹੀ ਇਸ ਦੁਨੀਆ ਤੋਂ ਚਲਾ ਜਾਂਦਾ ਹੈ, ਸਰੀਰਕ ਮੌਤ ਵੀ ਹੋ ਜਾਂਦੀ। ਤਾਂ ਕਬੀਰ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਪਲ ਪਲ ਕਰਕੇ ਭਾਈ ਉਮਰ ਬੀਤ ਰਹੀ ਹੈ, ਔਰ ਇਹ ਜਿਹੜੀ ਉਮਰ ਖਤਮ ਹੁੰਦੀ ਜਾ ਰਹੀ ਹੈ, ਇੱਕ ਦਿਨ ਸਰੀਰਕ ਮੌਤ ਹੋ ਜਾਣੀ ਹੈ। ਸਰੀਰਕ ਮੌਤ ਤੋਂ ਬਚਿਆ ਨਹੀਂ ਜਾ ਸਕਦਾ, ਇੱਕ ਅਟਲ ਸੱਚਾਈ ਹੈ। ਪਰ ਜੋ ਹਰ ਪਲ ਅਸੀਂ ਸੱਚ ਨਾਲੋਂ ਟੁੱਟ ਕੇ ਆਤਮਕ ਮੌਤ ਸਹਿੜ ਰਹੇ ਹਾਂ, ਇਹਦੇ ਤੋਂ ਬਚਿਆ ਜਾ ਸਕਦਾ ਹੈ। ਪਰ ਬੰਦੇ ਦੀ ਬਦਕਿਸਮਤੀ ਹੈ ਕਿ ਸਾਰੀ ਜ਼ਿੰਦਗੀ ਐਵੇਂ ਹੀ ਪਾਪ ਕਰਮ ਕਮਾਈ ਜਾਂਦਾ ਹੈ, ਆਤਮਕ ਮੌਤੇ ਮਰ ਜਾਂਦਾ ਹੈ, ਸਰੀਰਕ ਮੌਤ ਵੀ ਇਹਦੇ ਸਿਰ ਦੇ ਨੇੜੇ ਆ ਜਾਂਦੀ ਹੈ, ਪਰ ਫਿਰ ਵੀ ਵਿਕਾਰਾਂ ਨੂੰ ਛੱਡਦਾ ਨਹੀਂ। ਤਾਂ ਇੱਥੇ ਸਾਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਪਿਆਰਿਓ, ਐਸੀ ਜ਼ਿੰਦਗੀ ਤੋਂ ਬਚਣਾ ਹੈ, शुभ गुणा वाली जिंदगी आप भी जीनी है, और समाज दे अंदर भी इन्हां चीजां दा प्रचार और प्रसार करना है। अगले श्लोक विच कह रहे ने, कबीर तरवर रूपी राम है, फल रूपी बैराग, छाया रूपी साध है, जिन तजया बाद विवाद। तरवर दा मतलब तर वर,
ਸੋਹਣਾ ਰੁੱਖ। ਤਰ ਦਾ ਮਤਲਬ ਹੁੰਦਾ ਹੈ ਰੁੱਖ, ਵਰ ਦਾ ਮਤਲਬ ਸੋਹਣਾ, ਤਰਵਰ ਦਾ ਮਤਲਬ ਸੋਹਣਾ ਰੁੱਖ। ਬੈਰਾਗ ਦਾ ਮਤਲਬ ਹੈਗਾ ਨਿਰਮੋਹਤਾ। ਇੱਥੇ ਬੈਰਾਗ ਦਾ ਮਤਲਬ ਗੁਰਮਤ ਤੋਂ ਬਾਹਰ ਵਾਲਾ ਬੈਰਾਗ ਨਹੀਂ ਕਿ ਸੰਸਾਰ ਨੂੰ ਛੱਡ ਦੇਣਾ, ਗ੍ਰਸਤ ਨੂੰ ਤਿਆਗ ਦੇਣਾ, ਬਾਬੇ ਬਣ ਜਾਣਾ। ਇੱਥੇ ਉਸ ਵੈਰਾਗ ਦੀ ਗੱਲ ਨਹੀਂ ਹੈ। ਇੱਥੇ ਵੈਰਾਗ ਦਾ ਮਤਲਬ ਹੈ ਨਿਰਮੋਹਤਾ, ਯਾਨੀ ਸੰਸਾਰ ਵਿੱਚ ਰਹਿੰਦਿਆਂ ਵਿਕਾਰਾਂ ਦਾ ਤਿਆਗ ਕਰਕੇ ਗੁਣਾਂ ਵਾਲੀ ਜ਼ਿੰਦਗੀ ਜੀਣੀ, ਪਿਆਰ ਮੁਹੱਬਤ ਵਾਲੀ ਜ਼ਿੰਦਗੀ ਜੀਣੀ। ਤਾਂ ਕਬੀਰ ਜੀ ਕਹਿੰਦੇ ਨੇ, ਹੇ ਕਬੀਰ, ਵਿਕਾਰਾਂ ਦੀ ਤਪਸ਼ ਦੇ ਨਾਲ ਤਪ ਰਹੇ ਇਸ ਸੰਸਾਰ ਦੇ ਅੰਦਰ ਤਰਵਰ ਰੂਪੀ ਰਾਮ ਹੈ। ਰਾਮ ਦਾ ਮਤਲਬ ਜੋ ਰਮਿਆ ਹੋਇਆ ਪ੍ਰਭੂ, ਉਹ ਇੱਕ ਸੋਹਣਾ ਰੁੱਖ ਹੈ ਤਪਸ਼ ਤੋਂ ਬਚਾਉਣ ਵਾਸਤੇ। ਰੱਬੀ ਗੁਣ ਜੋ ਵਿਆਪਕ ਪ੍ਰਭੂ ਹੈ, ਉਹ ਮੰਨ ਲਓ ਇੱਕ ਬੜਾ ਸੋਹਣਾ ਰੁੱਖ ਹੈ। ਫਲ ਰੂਪੀ ਬੈਰਾਗ, ਤੇ ਉਹਦਾ ਜਿਹੜਾ ਫਲ ਹੈ ਉਹ ਹੈ ਬੈਰਾਗ, ਉਹਦੇ ਨਾਲ ਵੈਰਾਗ ਦਾ ਫਲ ਲੱਗਿਆ ਹੈ। ਭਾਵ ਕਿ ਉੱਥੋਂ ਤੁਹਾਨੂੰ ਨਿਰਮੋਹਤਾ ਮਿਲੇਗੀ। ਜਦੋਂ ਤੁਸੀਂ ਇਸ ਸੰਸਾਰ ਵੱਲ ਦੇਖੋਗੇ ਤਾਂ ਇੱਥੋਂ ਦੀ ਕਿਸੇ ਸ਼ੈ ਦੇ ਅੰਦਰ ਤੁਹਾਨੂੰ ਮੋਹ ਨਹੀਂ ਨਜ਼ਰੀ ਪਵੇਗਾ। ਜੇ ਸੂਰਜ ਚੜ ਰਿਹਾ ਹੈ ਤਾਂ ਉਹਨੂੰ ਕੋਈ ਮੋਹ ਨਹੀਂ ਕਿ ਮੈਂ ਕਿਸੇ ਖਾਸ ਨੂੰ ਚਾਨਣਾ ਦੇਣਾ ਤੇ ਕਿਸੇ ਖਾਸ ਨੂੰ ਨਹੀਂ ਦੇਣਾ। ਹਵਾ ਦਾ ਕਿਸੇ ਨਾਲ ਮੋਹ ਲਗਾਵ ਨਹੀਂ ਹੈ ਕਿ ਕਿਸੇ ਨੂੰ ਮੈਂ ਸਵਾਸ ਦੇਣਾ ਤੇ ਕਿਸੇ ਨੂੰ ਨਹੀਂ ਦੇਣਾ। ਇੱਥੇ ਸਾਰਾ ਕੁਝ ਬਿਲਕੁਲ ਸਿਸਟਮ ਜਿਹੜਾ ਹੈ ਉਹ ਨਿਰਵੈਰਤਾ ਦੇ ਨਾਲ ਚੱਲ ਰਿਹਾ ਹੈ। ਤਾਂ ਪ੍ਰਭੂ ਦੇ ਜੋ ਗੁਣ ਨੇ, ਜੋ ਰੱਬੀ ਜੋ ਵਿਆਪਕ ਰਾਮ ਹੈ, ਰੱਬ ਹੈ, ਅਸਮੁਚਤਾ ਹੈ, ਉਹ ਇੱਕ ਬੜਾ ਸੋਹਣਾ ਰੁੱਖ ਹੈ। ਤੇ ਉਸ ਰੁੱਖ ਦੇ ਨਾਲ ਜੋ ਉਹਦਾ ਫਲ ਹੈ, ਜੇ ਅਸੀਂ ਉਸ ਰੱਬੀ ਗੁਣਾਂ ਦੇ ਨਾਲ ਜੁੜਾਂਗੇ ਤਾਂ ਉਹਦਾ ਫਲ ਸਾਨੂੰ ਮਿਲੇਗਾ ਪਿਆਰ। ਉਹਦਾ ਫਲ ਸਾਡੇ ਅੰਦਰ ਪੈਦਾ ਹੋਏਗੀ ਨਿਰਮੋਹਤਾ, ਸਾਡੇ ਅੰਦਰੋਂ ਸੈਲਫਿਸ਼ਨੈਸ ਮੁੱਕੇਗੀ। ਇਹ ਉਹਦਾ ਫਲ ਹੈ ਉਹਦੇ ਨਾਲ ਜੁੜਨ ਦਾ। ਛਾਇਆ ਰੂਪੀ ਸਾਧ ਹੈ। ਸਾਧ ਦਾ ਮਤਲਬ ਇੱਥੇ ਹੈਗਾ ਉਸ ਰਾਹ ਦੇ ਉੱਤੇ ਤੁਰਨ ਵਾਲਾ, ਜੋ ਰੱਬੀ ਰਜ਼ਾ ਵਿੱਚ ਤੁਰ ਰਿਹਾ ਹੈ ਔਰ ਜਿਸ ਨੇ ਉਸ ਪਿਆਰ ਰੂਪ ਫਲ ਨੂੰ ਮਾਣਿਆ ਹੈ। ਰੱਬੀ ਰਜ਼ਾ ਵਿੱਚ ਜੋ ਤੁਰਨ ਵਾਲਾ ਇਨਸਾਨ ਹੈ ਉਹ ਛਾਂ ਵਰਗਾ ਹੈ, ਜਿਹਦੇ ਅੰਦਰੋਂ ਝਗੜਾ ਝਾਂਜਾ ਮੁਕਾ ਦਿੱਤਾ ਹੈ, ਆਪਣੇ ਅੰਦਰੋਂ ਵਿਕਾਰਾਂ ਦਾ ਝਗੜਾ ਝਾਂਜਾ ਮੁਕਾ ਦਿੱਤਾ ਹੈ। ਕਿਉਂਕਿ ਛਾਂ ਦੇ ਵਿੱਚ ਤਪਸ਼ ਨਹੀਂ ਹੈ ਨਾ, ਛਾਂ ਦੇ ਵਿੱਚ ਠੰਡਕ ਹੈ। ਧੁੱਪ ਦੇ ਅੰਦਰ ਤਪਸ਼ ਹੈ ਔਰ ਰੁੱਖ ਦੀ ਛਾਂ ਦੇ ਵਿੱਚ ਕੋਈ ਵੀ ਜਾਵੇ, ਮੈਂ ਜਾਵਾਂ, ਤੁਸੀਂ ਜਾਓ, ਪੜਿਆ ਜਾਏ, ਅਨਪੜਿਆ ਜਾਏ, ਗਰੀਬ ਜਾਏ, ਅਮੀਰ ਜਾਏ, ਉਹਨੂੰ ਠੰਡਕ ਮਿਲਦੀ ਹੈ। ਤਾਂ ਇਸ ਤਰ੍ਹਾਂ ਜੋ ਰੱਬੀ ਰਜ਼ਾ ਵਿੱਚ ਤੁਰਨ ਵਾਲਾ ਇਨਸਾਨ ਹੈ ਉਹ ਛਾਂ ਵਰਗਾ ਹੈ। ਭਾਵ ਕਿ ਉਹਦੇ ਅੰਦਰੋਂ ਜੋ ਵਿਕਾਰਾਂ ਦੀ ਤਪਸ਼ ਹੈ ਉਹਨੇ ਮਿਟਾ ਦਿੱਤੀ ਹੈ। ਜਿਨ ਤਜਿਆ ਬਾਦ ਵਿਵਾਦ, ਜਿਸ ਗੁਰਮੁਖ ਨੇ, ਰੱਬੀ ਰਜ਼ਾ ਵਿੱਚ ਤੁਰਨ ਵਾਲੇ ਨੇ ਵਾਦ ਵਿਵਾਦ ਛੱਡ ਦਿੱਤੇ ਨੇ। ਵਾਦ ਵਿਵਾਦ ਦਾ ਮਤਲਬ ਇੱਥੇ ਹੈ ਮੇਰ ਤੇਰ ਦੇ ਵਿਤਕਰੇ। ਮੇਰ ਤੇਰ ਦੇ ਵਿਤਕਰੇ ਕੀ ਇਹ ਮੇਰਾ ਹੈ, ਤੇਰਾ ਹੈ, ਅੰਦਰੋਂ ਬੰਦਾ ਹੋਰ, ਬਾਹਰੋਂ ਹੋਰ, ਐਵੇਂ ਹੀ ਖੱਪ ਖੱਪ ਕੇ ਮਰਦੇ ਜਾਣਾ ਵਾਦਾਂ ਵਿਵਾਦਾਂ ਦੇ ਵਿੱਚ। ਉਹਨੇ ਸਾਰੇ ਵਾਦ ਵਿਵਾਦ ਛੱਡ ਦਿੱਤੇ ਨੇ। ਉਹਦੇ ਵਾਸਤੇ ਤਾਂ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰੇ ਰਾਜਨ। ਉਹ ਤਾਂ ਪੇਖ ਹੈ ਸਗਲ ਸ੍ਰਿਸ਼ਟ ਸਾਜਨਾ ਵਾਲੀ ਭਾਵਨਾ ਦੇ ਨਾਲ ਜਿੰਦਾ ਹੈ। ਉਹਦਾ ਵਰਤਾਵ ਐਸਾ ਹੋ ਜਾਂਦਾ ਹੈ। ਉਹਨੇ ਆਪਣੇ ਅੰਦਰੋਂ ਝਗੜੇ ਝਾਂਜੇ ਮੁਕਾ ਦਿੱਤੇ ਨੇ, ਮੇਰ ਤੇਰ ਦੇ ਵਿਤਕਰੇ ਛੱਡ ਦਿੱਤੇ ਨੇ। ਜਾਤੀਵਾਦ ਹੈ, ਮੇਰ ਤੇਰ ਹੈ, ਆਪਣੇ ਪਰਾਏ ਦੇ ਵਿਤਕਰੇ ਨੇ, ਸੈਲਫਿਸ਼ਨੈਸ ਹੈ, ਉਹਨੇ ਸਾਰੀਆਂ ਇਹ ਚੀਜ਼ਾਂ ਤਿਆਗ ਦਿੱਤੀਆਂ ਨੇ। ਤਾਂ ਸਾਨੂੰ ਇਸ ਸ਼ਲੋਕ ਦੇ ਵਿੱਚੋਂ ਜ਼ਿੰਦਗੀ ਵਾਸਤੇ ਕੀ ਮਿਲ ਰਿਹਾ ਹੈ ਕਿ ਰਮਿਆ ਹੋਇਆ ਜੋ ਪ੍ਰਭੂ ਹੈ ਉਹ ਸਾਰਿਆਂ ਦਾ ਸਾਂਝਾ ਹੈ। ਆ ਸਾਰਾ ਦਿਸਦਾ ਜਗਤ ਉਸ ਪ੍ਰਭੂ ਦਾ ਰੂਪ ਹੈ ਔਰ ਇਹ ਬੜਾ ਸੁੰਦਰ ਇੱਕ ਰੁੱਖ ਹੈ। ਤੇ ਇਸ ਰੁੱਖ ਦੀ ਜਿਹੜੀ ਫਲ ਹੈ ਉਹ ਹੈ ਵੈਰਾਗ, ਯਾਨੀ ਪਿਆਰ, ਨਿਰਮੋਹਤਾ। ਔਰ ਉਹ ਪਿਆਰ ਮੁਹੱਬਤ ਜਿਹੜੀ ਹੈ ਉਹ ਅਸੀਂ ਸਾਰੇ ਪਾ ਸਕਦੇ ਹਾਂ, ਸਾਰਿਆਂ ਵਾਸਤੇ ਖੁੱਲਾ ਹੈ। ਮੈਂ ਤੁਹਾਡੇ ਨਾਲ ਪ੍ਰੇਮ ਨਾਲ ਜੀ ਸਕਦਾ, ਤੁਸੀਂ ਮੇਰੇ ਨਾਲ ਪਿਆਰ ਦੇ ਨਾਲ ਵਰਤ ਸਕਦੇ ਹੋ। ਘਰ ਵਿੱਚ ਬੱਚੇ ਨੇ, ਮਾਂ-ਬਾਪ ਨੇ, ਨੂੰਹ ਸੱਸ ਨੇ, ਪਤੀ ਪਤਨੀ ਨੇ, ਭੈਣ ਭਰਾ ਨੇ, ਨਾਨਕੇ ਦਾਦਕੇ ਸਹੁਰੇ ਨੇ, ਸੱਜਣ ਮਿੱਤਰ ਨੇ, ਇਹ ਸਾਰੇ ਪਿਆਰ ਦੇ ਨਾਲ ਜੀ ਸਕਦੇ ਨੇ ਜੇ ਉਸ ਰਮੇ ਹੋਏ ਸਿਸਟਮ ਨੂੰ ਸਮਝ ਲੈਣ। ਤੇ ਜਿਹੜਾ ਇਹਨਾਂ ਚੀਜ਼ਾਂ ਨੂੰ ਮੰਨ ਲਵੇਗਾ
ਉਹ ਫਿਰ ਉਹਦਾ ਜ਼ਿੰਦਗੀ ਕੈਸੀ ਹੋ ਜਾਏਗੀ, ਛਾਂ ਵਰਗੀ। ਉਹ ਆਪਣੇ ਅੰਦਰੋਂ ਵਾਦ ਵਿਵਾਦ ਉਹਨੇ ਤਜ ਦਿੱਤੇ ਹੋਣਗੇ, ਫਿਰ ਉਹ ਸਾਰਿਆਂ ਨੂੰ ਸੁਖ ਸ਼ਾਂਤੀ ਆਨੰਦ ਖੇੜਾ ਔਰ ਪ੍ਰਸੰਨਤਾ ਦੇਣ ਵਾਲਾ ਹੋ ਜਾਏਗਾ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ।